ਠਾਕੋ ਮਨੁਆ ਰਾਖੋ ਠਾਏ, ਠਹਿਕ ਮੂਈ ਅਵਗੁਣ ਪਛੁਤਾਏ। ठाकुर एक सबाई नार, बहुते वेश करे कूड़ियार। पार घर जाती ठाक रहाई, महल बुलाई ठाक न पाई। शब्द सवारी साच प्यारी, साई सुहागण ठाकुर धारी। डोलत डोलत हे सखी, फाटे चीर शिंगार। डाहपण तन सुख नहीं, बिन डर बिन ठीडार। डरप मुई कर अपने, डीठी कंत सुजान। डर राखिया गुर अपने, निरभौ नाम वखान। डूंगरवास तिखा घनी, जब देखा नहीं दूर। तिखा निवारी शब्द मन, अमृत पिया भरपूर। देह देह आखै सब कोई, जै पावै तैं दे। गुरु द्वारै देवसी, तिखा निवारै सोय। देह देह आखै सब कोई, जै पावै तैं दे। गुरु द्वारै देवसी, तिखा निवारै सोय। वाहिगुरु जी का खालसा, वाहिगुरु जी की फतेह। परम सन्मानयोग सतगुरु गुरु ग्रंथ साहब महाराज जी के सजे हुए पावन दरबार दीयां हाजरियां भरदियां बड़े अदब सत्कार प्यार सहित आप जी ने गुरु सवारियां पासों महाराज की पावन बाणी का कीर्तन श्रवण किया है। लड़ीवार चल रही सतगुरु गुरु नानक महाराज की उचारण की हुई पावन बाणी राग रामकली दे विचों ओंकार, जिस दी के रोजाना ही दीवाना दे अंदर आप जी कथा विचार श्रवण करते हो। सतगुरु गुरु ग्रंथ साहब महाराज के मुबारक अंक 933 उपर 29 ਅਤੇ 30 नंबर ये पदा बंद पौड़ियां इस बाणी दियां आप जी ने सुनिया ने। सतगुरु धन गुरु नानक महाराज कृपा करदे आखदे ने, ठाको मनुआ राखो ठाए। मन की दौड़ नूं रोकण की कोशिश करो ते इनू निज घर विच टिकाउण दे आहर विच लगो। सतगुरु धन गुरु ग्रंथ साहब महाराज सच्चे पातशाह की पावन बाणी दे अंदर इस दे भटकण का मूल कारण सतगुरु बयान करदियां कहिंदे ने, लोभी जीड़ा थिर ना रहत है, चारे कुंडां भाले। जिवें किसी इंसान नूं
ਕਿਸੇ ਚੀਜ਼ ਦੀ ਬਹੁਤਾਤ ਵਿੱਚ ਖਿੱਚ ਹੋਵੇ। ਮਨੁੱਖ ਆਪਣੀ ਜ਼ਿੰਦਗੀ ਦੇ ਅੰਦਰ ਅਸੂਲ ਤੋਂ ਤਦੋਂ ਡਿੱਗਦਾ ਹੈ ਜਦੋਂ ਉਸ ਦੇ ਸਾਹਮਣੇ ਬਹੁਤ ਵੱਡਾ ਲਾਲਚ ਉਹਦੀ ਸੋਚ ਤੋਂ ਵੀ ਵੱਡਾ ਉਹਦੇ ਸਨਮੁਖ ਹੋਵੇ। ਤਦੋਂ ਇਨਸਾਨ ਆਪਣੇ ਅਸੂਲ, ਆਪਣਾ ਸਿਧਾਂਤ, ਆਪਣੀ ਵਿਚਾਰ, ਆਪਣਾ ਰਾਹ ਰਸਤਾ ਤਿਆਗਣ ਵਾਸਤੇ ਤਿਆਰ ਹੋ ਜਾਂਦਾ ਹੈ। ਕਿਉਂਕਿ ਮਨ ਇੱਕ ਚਸਕੇ ਵਿੱਚ ਹਮੇਸ਼ਾ ਹੀ ਰੁੱਝਾ ਰਹਿੰਦਾ ਹੈ ਕਿ ਬਹੁਤ ਕੁਝ ਮੇਰੇ ਕੋਲ ਹੋਣਾ ਚਾਹੀਦਾ ਹੈ, ਬਹੁਤ ਚਸਕੇ, ਬਹੁਤੇ ਭੋਗ ਭੋਗਣ ਦੇ ਨਾਲ ਮੈਂ ਸੁਖੀ ਹੋ ਸਕਦਾ। ਇਹ ਭਾਵਨਾ ਮਨ ਦੇ ਅੰਦਰ, ਇਹ ਖਿਆਲ ਸਦਾ ਹੀ ਟਿਕਿਆ ਰਹਿੰਦਾ ਹੈ। ਇਹੀ ਵਜ੍ਹਾ ਹੈ ਇਨਸਾਨ ਦੇ ਭਟਕ ਜਾਣ ਦੀ। ਮਨੁੱਖ ਜੇਕਰ ਆਪਣਾ ਸੁਭਾਅ ਛੱਡਦਾ, ਇਨਸਾਨੀ ਸੁਭਾਅ, ਤਾਂ ਉਹਦੀ ਵੀ ਵਜ੍ਹਾ ਇਹੋ ਹੀ ਹੈ ਕਿ ਮਨੁੱਖ ਦੇ ਮਨ ਦੇ ਅੰਦਰ ਬਹੁਤੇ ਚਸਕੇ ਭੋਗਣ ਦੀ ਲਾਲਸਾ ਭਰੀ ਰਹਿੰਦੀ ਹੈ। ਤਾਂ ਹੀ ਉਹ ਮਨੁੱਖ ਨੂੰ ਲੱਗਦਾ ਹੈ ਵੀ ਇਸ ਰਾਹ ਦੇ ਉੱਤੇ ਕੀ ਰੱਖਿਆ, ਬੇਰਸੀ ਜੀ ਮਹਿਸੂਸ ਕਰਦਾ ਹੈ, ਤੰਗ ਦਿਲੀ ਮਹਿਸੂਸ ਕਰਦਾ ਹੈ। ਇਸ ਕਰਕੇ ਮਨੁੱਖ ਆਪਣਾ ਰਾਹ ਬਦਲ ਜਾਣ ਵਾਸਤੇ ਮਜਬੂਰ ਹੋ ਜਾਂਦਾ ਹੈ, ਤੇ ਮਜਬੂਰੀ ਬਣੀ ਹੋਈ ਹੈ ਅੰਦਰ ਦੇ ਖਿਆਲਾਂ ਕਰਕੇ, ਅੰਦਰ ਦੀ ਲਾਲਚੀ ਬਿਰਤੀ ਕਰਕੇ। ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮੁਬਾਰਕ ਬਾਣੀ ਨੂੰ ਆਪਾਂ ਪੜ੍ਹਦੇ ਹਾਂ। ਇਸ ਵਿੱਚ ਇੱਕ ਸ਼ਬਦ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਵਰਤਿਆ ਸਹਿਸਕ੍ਰਿਤੀ ਸ਼ਲੋਕਾਂ 'ਚ। ਮਹਾਰਾਜ ਕਹਿੰਦੇ ਨੇ, ਹੇ ਲੋਭਾ ਲੰਪਟ ਸੰਗ ਸਿਰ ਮੋਰਾ ਅਨਕ ਲਹਿਰੀ ਕਲੋਲ ਤੇ, ਤਾਵੰਤ ਜੀਆਂ ਬਹੁ ਪ੍ਰਕਾਰੰ ਅਨਕ ਭਾਂਤ ਬਹੁ ਡੋਲ ਤੇ, ਨਾ ਚ ਮਿਤਰੰ ਨਾ ਚ ਇਸ਼ਟੰ ਨਾ ਚ ਬਾਂਧਵ ਨਾ ਚ ਮਾਤ ਪਿਤਾ ਤਵ ਲਜਿਆ, ਅਕਰਣੰ ਕਰੋਧ ਅਖਾਦਿਅੰ ਖਾਦਿਅੰ ਅਸਾਜੰ ਸਾਜ ਸਮਝਿਆ। ਇਹਦਾ ਭਾਵ ਹੈ, ਸਤਿਗੁਰੂ ਆਖਦੇ ਨੇ ਵਿਕਾਰ ਲੋਭ ਨੂੰ ਸੰਬੋਧਨ ਹੋ ਕੇ, ਹੇ ਲੋਭ ਬਿਰਤੀ ਤੂੰ ਬੜੀ ਚੰਚਲ ਹੈ। ਸੰਗ ਸਿਰ ਮੋਰ, ਅਨਕ ਲਹਿਰੀ ਕਲੋਲ ਤੇ। ਲਹਿਰੀ ਦਾ ਅਰਥ ਹੈ ਬੜੇ ਚਸਕਿਆਂ ਦੇ ਵਿੱਚ ਜੀਵ ਨੂੰ ਕਲੋਲਾਂ ਕਰਨ ਲਾ ਦਿੰਦੀ ਹੈ ਤੂੰ। ਤੇਰੇ ਕਹੇ ਮੁਤਾਬਕ ਹੀ ਇਨਸਾਨ ਆਪਣਾ ਜੀਵਨ ਮਾਰਗ ਤੈਅ ਕਰਦਾ ਹੈ, ਤੁਰਿਆ ਜਾਂਦਾ ਹੈ, ਆਪਣਾ ਸਫ਼ਰ ਬਦਲ ਲੈਂਦਾ ਹੈ, ਆਪਣੇ ਰਸਤੇ ਬਦਲ ਲੈਂਦਾ ਹੈ। ਲੋਭੀ ਆਦਮੀ ਵਾਸਤੇ ਨਾ ਕੋਈ ਮਿੱਤਰ ਹੈ, ਨਾ ਕੋਈ ਭਰਾ ਹੈ, ਨਾ ਕੋਈ ਧੀ ਪੁੱਤਰ ਹੈ, ਨਾ ਕੋਈ ਰਿਸ਼ਤੇਦਾਰ ਹੈ, ਨਾ ਕੋਈ ਧਰਮ ਹੈ, ਨਾ ਕੋਈ ਗੁਰੂ ਹੈ, ਨਾ ਕੋਈ ਪੀਰ ਹੈ। ਨਚ ਮਿੱਤਰੰ ਨਚ ਇਸ਼ਟੰ ਨਚ ਬਾਂਧਵ ਨਚ ਮਾਤ ਪਿਤਾ ਤਵ ਲੱਜਿਆ। ਕਹਿੰਦੇ ਉਹਨੂੰ, ਉਸ ਨੂੰ ਕਿਸੇ ਦੀ ਲੱਜਾ ਨਹੀਂ ਰਹਿੰਦੀ। ਉਹਨੂੰ ਆਪਣੇ ਲੋਭ ਨਾਲ, ਆਪਣੇ ਚਸਕੇ ਨਾਲ ਉਹਦਾ ਸੰਬੰਧ ਹੈ। 3 ਸ਼ਬਦ ਗੁਰੂ ਅਮਰਦਾਸ ਮਹਾਰਾਜ ਨੇ ਆਨੰਦ ਸਾਹਿਬ ਦੀ ਬਾਣੀ ਵਿੱਚ ਵਰਤੇ ਨੇ, ਇੱਕੇ ਪੰਕਤੀ ਵਿੱਚ ਹੀ। ਪੌੜੀ ਆਪ ਪੜ੍ਹਦੇ ਹੋ, ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਹਕੇਰੀ, ਵਿਖਮ ਮਾਰਗ ਚੱਲਣਾ। ਅੱਗੇ 3 ਸ਼ਬਦ ਵਰਤੇ, ਲੱਭ, ਲੋਭ, ਅਹੰਕਾਰ, ਤਜ ਤ੍ਰਿਸ਼ਨਾ। ਲੱਭ, ਲੱਭ ਦਾ ਅਰਥ ਹੁੰਦਾ ਚਸਕਾ। ਲੋਭ ਦਾ ਅਰਥ ਹੁੰਦਾ ਚਸਕਿਆਂ ਨੂੰ ਪੂਰਿਆਂ ਕਰਨ ਦੀ ਹਵਸ, ਤਾਂਘ ਅੰਦਰ ਪੈਦਾ ਹੋਣੀ। ਤੇ ਤ੍ਰਿਸ਼ਨਾ ਦਾ ਅਰਥ ਹੁੰਦਾ ਹੈ ਵੀ ਬੰਦਾ ਜੀ ਹੀ ਇਸ ਚੀਜ਼ ਵਾਸਤੇ ਰਹੇ, ਹੋਰ ਕੋਈ ਮਕਸਦ ਹੀ ਨਹੀਂ ਰਹਿ ਗਿਆ। ਤਿੰਨੇ ਵੱਖ-ਵੱਖ ਸਟੇਜਾਂ ਨੇ, ਸ਼ਬਦ ਇੱਕੋ ਜਿਹੇ ਨੇ, ਲੱਭ ਤੇ ਲੋਭ। ਲੱਭ ਦਾ ਅਰਥ ਹੈ ਚਸਕਾ ਲੱਗ ਜਾਣਾ, ਮਨ ਨੂੰ ਚੰਗਾ ਲੱਗਣਾ, ਕੋਈ ਸਵਾਦ, ਕੋਈ ਰਸ। ਤੇ ਲੋਭ ਦਾ ਅਰਥ ਹੈ ਵੀ ਫੇਰ ਉਹਦੀ ਖਿੱਚ ਪੈਂਦੀ ਰਹਿਣੀ, ਸਦਾ ਹੀ ਉਸ ਪਾਸੇ ਵੱਲ ਲਗਨ ਲੱਗੀ ਰਹਿਣੀ ਵੀ ਇਹ ਚਾਹੀਦਾ ਹੈ, ਚਾਹੀਦਾ ਹੈ, ਹਮੇਸ਼ਾ ਉਹਦੇ ਵਾਸਤੇ ਯਤਨ ਕਰਦੇ ਰਹਿਣਾ। ਤੇ ਤ੍ਰਿਸ਼ਨਾ ਦਾ ਅਰਥ ਹੈ ਵੀ ਜੀਣਾ ਹੀ ਉਸ ਵਾਸਤੇ, ਡਿਪੈਂਡ ਹੋ ਜਾਣਾ। ਪਹਿਲਾਂ ਮਨੁੱਖ ਸਮਝਦਾ ਹੈ ਵੀ ਮੈਂ ਚਸਕਾ ਭੋਗ ਰਿਹਾ, ਪਰ ਦਰਅਸਲ ਗੁਰਬਾਣੀ ਨੇ ਫਰਮਾਇਆ, ਕਹਿਣ ਲੱਗੇ ਨਹੀਂ, ਹੁਣ ਚਸਕਾ ਮਨੁੱਖ ਨੂੰ ਭੋਗ ਰਿਹਾ। ਪਹਿਲਾਂ ਉਹ ਚੀਜ਼ ਭੋਗਣ ਵਾਸਤੇ ਇਨਸਾਨ ਨੇ ਯਤਨ ਕੀਤਾ, ਹੁਣ ਮਨੁੱਖ ਉਹਦੇ ਤੇ ਇੰਨਾ ਡਿਪੈਂਡ ਹੋ ਗਿਆ, ਇੰਨਾ ਨਿਰਭਰ। ਇੱਕ ਉਦਾਹਰਣ ਆਮ ਜਿਹੀ ਤੁਹਾਡੇ ਸਾਹਮਣੇ ਰੱਖਾਂ। ਪਹਿਲੀ ਵਾਰ ਮਨੁੱਖ ਨੇ ਜਦੋਂ ਨਸ਼ਾ ਕੀਤਾ, ਕਿਸੇ ਦੇ ਕਹਿਣ ਉੱਤੇ, ਕਿਸੇ ਦੇ ਆਖਣ ਉੱਤੇ, ਮਨ ਅੰਦਰ ਖਿਆਲ ਆਇਆ ਵੀ ਇਹਦਾ ਟੇਸਟ, ਇਹਦਾ ਸਵਾਦ ਵੇਖੀ। ਬਹੁਤੇ ਲੋਕ ਇਸ ਬੁਰੇ ਰਾਹ ਦੇ ਉੱਤੇ ਨਿੱਕੇ ਨਿੱਕੇ ਕਾਰਨਾਂ ਕਰਕੇ ਪੈਂਦੇ ਨੇ। ਬਹੁਤ ਮਾਮੂਲੀ ਜਿਹੀ ਗੱਲ ਹੁੰਦੀ ਏ, ਕਿਸੇ ਨੇ ਕਿਹਾ ਤੇ ਟਾਲਿਆ ਨਹੀਂ, ਜਾਂ ਮਨ ਅੰਦਰ ਖਿਆਲ ਆਇਆ ਵੀ ਇੰਨੇ ਲੋਕ ਕਰ ਰਹੇ ਨੇ, ਵੇਖਿਆ ਤੇ ਜਾਏ ਇਹਦਾ ਸਵਾਦ, ਇਹਦਾ ਟੇਸਟ ਕੀ ਹੈ। ਤੇ ਜਾਂ ਫਿਰ ਕਿਸੇ ਬੱਧਾ ਰੁੱਧੀ ਦੀ ਭਾਵਨਾ ਕਰਕੇ, ਕਿਸੇ ਹੋਰ ਵਜ੍ਹਾ ਕਰਕੇ, ਮਾਮੂਲੀ ਜਿਹੇ ਕਾਰਨ ਕਰਕੇ ਮਨੁੱਖ ਨੇ ਪਹਿਲੀ ਵਾਰ ਉਸ ਚੀਜ਼ ਦਾ ਸਵਾਦ ਚਖਿਆ, ਉਹਦਾ ਟੇਸਟ ਮਹਿਸੂਸ ਕੀਤਾ, ਦੂਸਰੀ ਵਾਰ ਕੀਤਾ, ਤੀਸਰੀ ਵਾਰ ਕੀਤਾ। ਇਹ ਸੀ ਚਸਕਾ, ਸਵਾਦ, ਉਹਦੇ ਚੋਂ ਆਨੰਦ ਲੈਣ ਦੀ ਕੋਸ਼ਿਸ਼ ਕੀਤੀ।
फिर हौली हौली की होया कि उस चीज की खिच वधदी गई। हुण अंदर तांग बनी रहिंदी है, समा वेखदा रहिंदा इंसान भी हुण वक्त हो गया। जिवें कोई नेक बंदा अपने कर्म का पाबंद है ना, बाद आदमी भी अपने कर्म का पाबंद हुंदा है। ਉਹਦੇ अंदर भी एक खिच, क्योंकि जदों वक्त हुंदा है, समा हुंदा है, ध्यान जांदा उस पासे, उदों ही ਉਹਦੇ मन अंदर हलचल होनी शुरू हो जाती है भी हुण इस चीज़ नूं दोबारा चखिया जाए, दोबारा इस चीज़ का स्वाद वेखिया जाए, हुण फिर इस ड्रग नूं नशे नूं पीता जाए, फिर उस पासे तुर पिया। हुण लोभ जागया अंदर, तांग पैण लग पई, खिच पैण लग पई मन नूं। हुण ज्यों ज्यों लोभ वधदा गया त्यों त्यों लोभ जिहड़ा सी वो बीमारी वड्डी हुंदी गई ते तृष्णा दा अर्थ हुण डिपेंड हो गया। हुण छड्डदा है ते बेचैनी है, नहीं खांदा पींदा ऐसा कोई चीज़ ते तां मनुख दे मन नूं हलचल हुंदी, मनुख बीमार महसूस करदा। वेखो किड्डी वड्डी गल है। इहनूं कहंदे ने डिपेंड हो गया, निर्भर हो गया इस चीज़ उत्ते। हुण उहदे तो बिना जीना औखा हो गया, दुब्बर हो गया। इनू गुरु साहब ने 3 शब्दों में अवस्था का बयान किया भी इवें बंदा ट्रैवल करता है, सफर करता है इस दिशा में। पहला चस्का जागया है, स्वाद मानने की इच्छा जागी है, चस्कियां तो अगे वो चीज के प्रति तांग ते खिच वधदी गई ते इन्नी को तांग वध गई भी बंदा हुण डिपेंड है, पूरी तरह नाल उहदा गुलाम हो गया। सतगुरु की बाणी ने आख्या, खांदियां खांदियां मूँह कट्ठा पै नंदियां सब अंग। मनुख संसार के चस्के भोगद्या भोगद्या, वैसे ख्याल है विद्वान जनां दा, वो कहंदे ने भी मनुख की लोड़ है खाना पीना पहनना रहन सहन, कुछ सहूलतां बुनियादी ने मनुख नूं जिंदा रहन वास्ते, इन्हां दी बड़ी सख्त लोड़ है। और वो श्रेष्ठ मनुख ने जिहड़े जिउंदियां रहन वास्ते खांदे ने। ध्यान देना, जिउंदियां रहन वास्ते भी शरीर चलदा रहे, ठीक ठाक रहे, कुछ चंगा वधिया पौष्टिक खाधा जाए, क्योंकि शरीर की लोड़ है। शरीर तंदुरुस्त भी रहे, चलता भी रहे। जिउंदियां रहन वास्ते खाण की जिन्हां नूं लोड़ है वो श्रेष्ठ ने, उन्हां नूं जिंदगी का मकसद पता है। पर बहुतात ते ऐसे ने जिहड़े खाण वास्ते जिउंदे ने, खाण लई भी असीं वध तो वध किन्नियां क चीज़ां दा स्वाद माण सकदे हां, वध तो वध किन्ना क हंडा सकदे हां। उन्हां दी कोशिश ही ये है, जिंदगी नाल कोई मतलब नहीं। उन्होंने लगता है जिवें जिंदगी का कोई दूजा मकसद ही नहीं है भी सब तो वध बंदा पदार्थों के भोग भोग लवे, खा लवे, खर्च लवे। उन्हां दे अंदर दी ये तांग उन्होंने कई बार झूठ बोलण ते मजबूर कर दी है, बेईमानी करन वास्ते उन्हां दा मन तैयार हुंदा है, पाप करन लई, अत्याचार ते जुल्म करन लई। ये उन्हां दे अंदर एक बिरती बन जाती है, उन्हां दे अंदर एक खिच पैदा हो जाती है। दुनिया की तारीख के अंदर ऐसे इंसानों को जदों ताकत मिली तो वह बड़े खूंखार, बड़े जालम और बड़े करूब चेहरे लैके लोगों के सामने आए। तुसी कदे ध्यान देना इस गल वल। सतगुरु गुरु ग्रंथ साहब महाराज की मुबारक बाणी ने आख्या, ऐसे आदमी लई ना मित्र हुंदा है, ना पुत्र हुंदा है, ना धी, ना पत्नी, ना भरा, ना मां, ना बाप, ना कोई उहदा इष्ट मालक। कहंदे ने नच बांधव नच मात पिता तव लज्जिया। लज्जा दा अर्थ हुंदा है शर्म, उन्होंने शर्म भी कोई नहीं, उहदे मन अंदर झिझक भी कोई नहीं। अकरणं करोत, ना करन वाला काम भी बंदा इस चक्कर विच कर जांदा है, ना करन योग काम। अखाद्यम खाद्यम, ना खाण योग पदार्थ खा लैंदा है। जिहड़ी चीज एक्सैप्ट नहीं की जा सकती वह भी एक्सैप्ट कर ले, वह भी कबूल कर ले। महाराज कहते ने अकरणं करोत, अखाद्यम खाद्यम, ना खाण योग खा लिया, एक्सैप्ट कर लिया, कबूल कर लिया, ना करन योग काम भी कर छड्या। सतगुरु महाराज कहते क्यों? क्योंकि मन का एक रोग है, मन की एक बीमारी है लोभ, जिसनों गुरु साहब कहते ने लोभी जीड़ा थेर ना रहत है। वो टिक नहीं सकता, वो एक जगह के उत्ते बैठ नहीं सकता, ਉਹਦਾ बैलेंस विगड़ जाता है। सतगुरु आखते ने ऐसे दौड़न वाले भजन वाले मन बारे कुछ सोचो, ठाको हो मनुआ, इसनूं रोकण दा यतन करो, इसनूं काबू विच लियाउण दी कोशिश करो।
ਤੇ ਮੈਂ ਇੱਕ ਬੇਨਤੀ ਕਰਾਂ, ਲੋਭ ਕੋਈ ਐਸੀ ਬਿਮਾਰੀ ਨਹੀਂ ਹੈ ਜਿਹਦਾ ਕਿਸੇ ਬਾਹਰੀ ਦਵਾਈ ਦੇ ਨਾਲ ਇਲਾਜ ਕੀਤਾ ਜਾ ਸਕੇ, ਇਸ ਰੋਗ ਨੂੰ ਖਤਮ ਕੀਤਾ ਜਾ ਸਕੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਮੰਨਣਾ ਹੈ ਇੱਕ ਵਿਚਾਰ ਹੈ ਜਿਹਦਾ ਪ੍ਰਭਾਵ ਸਾਡੇ ਅੰਦਰ ਬਣ ਗਿਆ ਤੇ ਸਾਡੇ ਅੰਦਰ ਉਹਨੇ ਇਹ ਭਾਵਨਾ ਪੈਦਾ ਕਰ ਦਿੱਤੀ ਹੈ ਵੀ ਅਸੀਂ ਗਲਤ ਪਾਸੇ ਨੂੰ ਤੁਰ ਪਏ ਹਾਂ। ਤੇ ਵਿਚਾਰ ਨੂੰ ਕਿਹਦੇ ਨਾਲ ਬਦਲਿਆ ਜਾ ਸਕਦਾ? ਵਿਚਾਰ ਦੇ ਨਾਲ। ਵਿਚਾਰ ਨੂੰ ਵਿਚਾਰ ਨਾਲ ਤਬਦੀਲ ਕੀਤਾ ਜਾ ਸਕਦਾ। ਹੁਣ ਇਹਦੀ ਜਗ੍ਹਾ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਨੇ ਇੱਕ ਸ਼ਬਦ ਵਰਤਿਆ। ਹਜ਼ੂਰ ਕਹਿੰਦੇ ਬਿਨਾ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੈ। ਵੀ ਬੰਦੇ ਨੇ ਪਹਿਲਾਂ ਪ੍ਰੈਕਟਿਸ ਕੀਤੀ ਏ ਲੋਭੀ ਸੁਭਾਅ ਦੀ, ਸੁਭਾਅ ਐਵੇਂ ਨਹੀਂ ਬਣਿਆ, ਉਹਦੀ ਪ੍ਰੈਕਟਿਸ ਹੋਈ ਹੈ। ਹੁਣ ਇਹਦੀ ਜਗ੍ਹਾ ਦੇ ਉੱਤੇ ਮਨੁੱਖ ਨੂੰ ਯਤਨ ਕਰਨਾ ਪਏਗਾ, ਪ੍ਰੈਕਟਿਸ ਇਹ ਕਰਨੀ ਪਏਗੀ। ਹੁਣ ਕਾਹਦੀ? ਹੁਣ ਸਬਰ ਦੀ। ਸਬਰ ਵਾਲਾ ਜੀਵਨ ਅੰਦਰ ਪੈਦਾ ਕਰਨਾ ਪਏਗਾ। ਇਹ ਚੀਜ਼ ਦੀ ਪ੍ਰੈਕਟਿਸ ਕਰਨੀ ਪਏਗੀ। ਜਿਵੇਂ ਵਕਾਰ ਦੀ ਪ੍ਰੈਕਟਿਸ ਹੋਈ ਹੈ ਉਵੇਂ ਹੀ ਗੁਣ ਦੀ ਪ੍ਰੈਕਟਿਸ ਹੋਵੇਗੀ। ਜਿਵੇਂ ਅਵਗੁਣ ਨੂੰ ਮਨੁੱਖ ਨੇ ਆਪਣੇ ਜੀਵਨ ਅੰਦਰ ਬਾਰ-ਬਾਰ ਰਿਪੀਟ ਕਰਕੇ ਉਹਨੂੰ ਆਪਣਾ ਸੁਭਾਅ ਬਣਾ ਲਿਆ, ਇਸੇ ਤਰ੍ਹਾਂ ਹੁਣ ਗੁਣ ਨੂੰ ਰਿਪੀਟ ਕਰਨਾ ਪਏਗਾ ਬਾਰ-ਬਾਰ, ਤਾਂ ਉਹ ਸੁਭਾਅ ਬਣ ਜਾਏਗਾ। ਭਾਵ ਇਹ ਹੈ ਵੀ ਜਿਹੋ ਜਿਹੇ ਰਾਹ ਤੇ ਤੁਰੇ ਜਾਈਏ ਵੈਸੇ ਹੀ ਜ਼ਿੰਦਗੀ ਦਾ ਤਾਣਾ ਬਾਣਾ ਬਣਦਾ ਜਾਂਦਾ ਹੈ। ਜਿਹੋ ਜਿਹਾ ਬੰਦਾ ਜਿਸ ਰਾਹ ਤੇ ਤੁਰੇਗਾ ਉਹੋ ਜਿਹੀ ਮੰਜ਼ਿਲ ਉਹਦੇ ਨੇੜੇ। ਇਸ ਕਰਕੇ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਆਖਦੇ ਨੇ, ਠਾਕੋ ਮਨੂਆ ਰੱਖੋ ਠਾਏ। ਠਾਏ ਦਾ ਅਰਥ ਇਹਨੂੰ ਨਿਜ ਘਰ ਵਿੱਚ ਟਿਕਾ ਕੇ ਰੱਖੋ, ਇਹਨੂੰ ਇੱਕ ਜਗ੍ਹਾ ਦੇ ਉੱਤੇ, ਭਾਵ ਇਹਨੂੰ ਬੈਲੈਂਸ ਵਿੱਚ ਰੱਖੋ। ਔਰ ਦੂਸਰੀ ਗੱਲ ਮਹਾਰਾਜ ਗੁਰੂ ਨਾਨਕ ਮਹਾਰਾਜ ਨੇ ਆਖੀ ਹੈ ਵੀ ਜਦੋਂ ਇਹਨੂੰ ਇੱਕ ਜਗ੍ਹਾ ਤੇ ਟਿਕਾ ਲਿਆ, ਠਹਿਕ ਮੁਈ ਅਵਗੁਣ ਪਛਤਾਏ। ਬਹੁਤੀ ਦੁਨੀਆ, ਸਤਿਗੁਰੂ ਗੁਰੂ ਨਾਨਕ ਮਹਾਰਾਜ ਕਹਿੰਦੇ, ਭਟਕਣਾ ਵਿੱਚ ਆਤਮਕ ਮੌਤੇ ਮਰ ਰਹੀ ਹੈ, ਅਵਗੁਣ ਕਮਾ ਰਹੀ ਹੈ ਤੇ ਬਾਅਦ ਵਿੱਚ ਅਵਗੁਣ ਦਾ ਪਛਤਾਵਾ ਹੁੰਦਾ ਹੈ। ਵੈਸੇ ਨੇਕ ਕੰਮ ਇਨਸਾਨ ਆਪਣੀ ਜ਼ਿੰਦਗੀ ਵਿੱਚ ਕਰੇ ਤੇ ਮਾਣ ਹੁੰਦਾ, ਭਾਵੇਂ ਗਵਾ ਬਹੁਤ ਕੁਝ ਲਵੇ, ਤੇ ਅਵਗੁਣ ਕਮਾ ਕੇ ਬੰਦਾ ਭਾਵੇਂ ਸੰਸਾਰਕ ਤੌਰ ਤੇ ਬਹੁਤ ਕੁਝ ਲਵੇ, ਪਰ ਇੱਕ ਪਛਤਾਵਾ ਉਹਦੇ ਦਿਲ ਵਿੱਚ ਸਦਾ ਟਿਕਿਆ ਰਹਿੰਦਾ ਹੈ। ਇੱਕ ਦੋ ਉਦਾਹਰਨਾਂ ਨੇ ਇਤਿਹਾਸ ਦੀਆਂ ਜੋ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ। ਔਰੰਗਜ਼ੇਬ ਨੇ ਆਪਣੀ ਜ਼ਿੰਦਗੀ ਅੰਦਰ ਅਤਿਆਚਾਰ ਤੇ ਗੁਨਾਹ ਬਹੁਤ ਕੀਤੇ ਨੇ, ਔਰ ਆਪਣੇ ਆਖਰੀ ਸਮੇਂ ਦੇ ਉੱਤੇ ਉਹ ਪੂਰੀ ਤਰ੍ਹਾਂ ਨਾਲ ਅਪਸੈਟ ਸੀ, ਜਿਹਨੂੰ ਅਸੀਂ ਕਹਿੰਦੇ ਆ ਮਾਨਸਿਕ ਰੋਗੀ। ਉਹ ਇੰਨਾ ਮਾਨਸਿਕ ਰੋਗੀ ਹੋ ਚੁੱਕਿਆ ਸੀ ਵੀ ਉਸ ਨੂੰ ਕਿਸੇ ਦੀ ਪਛਾਣ ਵੀ ਆਉਣੀ ਬੰਦ ਹੋ ਗਈ, ਕਿਸੇ ਨਾਲ ਉਹ ਚੰਗਾ ਬੋਲਦਾ ਵੀ ਨਾ, ਭੁੱਖ ਨਾ ਲੱਗਦੀ, ਨੀਂਦ ਨਾ ਆਉਂਦੀ, ਬੜਾ ਪਰੇਸ਼ਾਨ ਹੈ ਉਹ, ਬੜਾ ਦੁਖੀ ਹੈ। ਇਹ ਇਤਿਹਾਸ ਦੇ ਪੰਨਿਆਂ ਤੇ ਉਕਰੀ ਹੋਈ ਗੱਲ ਹੈ। ਇਤਿਹਾਸ ਜਿੱਥੇ ਨੇਕ ਲੋਕਾਂ ਦੀ ਕਹਾਣੀ ਕਹਿੰਦਾ ਹੈ, ਉੱਥੇ ਬਦ ਲੋਕਾਂ ਦੇ ਅੰਜਾਮ ਵੀ ਦੱਸਦਾ ਹੈ। ਔਰ ਇਹ ਦੋਵੇਂ ਗੱਲਾਂ ਸਾਡੇ ਸਾਹਮਣੇ ਹੁੰਦੀਆਂ ਨੇ ਤਾਂ ਆਉਣ ਵਾਲੀਆਂ ਪੀੜ੍ਹੀਆਂ, ਨਸਲਾਂ ਉਸ ਇਤਿਹਾਸ ਦੇ ਇਹਨਾਂ ਘਟਨਾਵਾਂ ਨੂੰ ਪੜ੍ਹਦੀਆਂ ਨੇ। ਔਰ ਇਤਿਹਾਸ ਹੁੰਦਾ ਸੇਧ ਲੈਣ ਵਾਸਤੇ ਵੀ ਬੰਦਿਆ ਵੇਖ ਪਹਿਲਾਂ ਕੀ ਵਾਪਰਿਆ ਤੇ ਹੁਣ ਕੀ ਵਾਪਰਨਾ, ਤੇ ਇਹਦੇ ਤੋਂ ਤੂੰ ਸੇਧ ਲੈ ਤਾਂ ਕਿ ਤੇਰਾ ਅਗਲਾ ਪੜਾਅ ਜਿਹੜਾ, ਅਗਲਾ ਸਫ਼ਰ ਜਿਹੜਾ ਉਹ ਸੌਖਾ ਹੋਵੇ। ਕਿਤੇ ਤੂੰ ਉਹ ਗਲਤੀਆਂ ਨਾ ਕਰੀ ਜੋ ਪਹਿਲੇ ਕਰ ਗਏ ਨੇ, ਤੇ ਉਹ ਗੁਣ ਕਮਾਈ ਜਿਹੜੇ ਪਹਿਲਿਆਂ ਨੇ ਕਮਾਏ ਨੇ, ਜਿਨ੍ਹਾਂ ਕਰਕੇ ਅੱਜ ਤੇਰਾ ਮਾਣ ਨਾਲ, ਫਕਰ ਨਾਲ ਸਿਰ ਉੱਚਾ ਹੁੰਦਾ ਹੈ। ਇਤਿਹਾਸ ਤੋਂ ਇਹ ਸੇਧ ਲੈਣੀ ਹੁੰਦੀ ਹੈ, ਇਤਿਹਾਸ ਵਿੱਚੋਂ ਇਹ ਸਬਕ ਸਿੱਖਣਾ ਹੁੰਦਾ ਹੈ ਮਨੁੱਖ ਨੇ। ਸੋ ਬੀਤੇ ਦੀ ਜਿਹੜੀ ਗੱਲ ਹੈ ਉਹ ਭਵਿੱਖ ਵਾਸਤੇ ਬੜੀ ਜ਼ਰੂਰੀ ਹੋ ਜਾਂਦੀ ਹੈ। ਬੀਤੇ ਨੂੰ ਸਮਝ ਕੇ ਮਨੁੱਖ ਆਪਣਾ ਆਉਣ ਵਾਲਾ ਭਵਿੱਖ ਜਿਹੜਾ ਹੈ ਉਹਨੂੰ ਤੈਅ ਕਰਦਾ ਵੀ ਮੈਂ ਕਿਹੜਾ ਰਾਹ ਚੁਣਾ, ਕਿਹੜੇ ਰਾਹ ਦੇ ਉੱਤੇ ਤੁਰਾਂ, ਕਿਹੜਾ ਕਰਮ ਕਰਾਂ ਤੇ ਕਿਹੜੇ ਤੋਂ ਬਚਾਂ। ਉਹਦੇ ਵਾਸਤੇ ਡਿਸਾਈਡ ਕਰਨਾ, ਫੈਸਲਾ ਕਰਨਾ ਸੌਖਾ ਹੋ ਜਾਂਦਾ ਹੈ। ਇਸ ਕਰਕੇ ਇਤਿਹਾਸ ਪੜ੍ਹੀਦਾ ਹੈ। ਇਤਿਹਾਸ ਦੀ ਆਪਣੀ ਮਹੱਤਤਾ ਹੈ ਕਿਉਂਕਿ ਉਹ ਜਿਉਂਦੇ ਜਾਗਦੇ ਲੋਕਾਂ ਦੀ ਜ਼ਿੰਦਗੀ ਦੀ ਕਹਾਣੀ ਹੈ, ਜੋ ਬੀਤਿਆ, ਜੋ ਵਰਤਿਆ, ਜੋ ਹੋਇਆ। ਖੈਰ ਉਹ ਇੰਨਾ ਅਪਸੈਟ ਹੋਇਆ, ਇਸੇ ਮਾਨਸਿਕ ਤਕਲੀਫ ਨਾਲ ਉਹਦੀ ਮੌਤ ਹੋਈ। ਇਹ ਮਾਨਸਿਕ ਤਕਲੀਫ ਕੋਈ ਐਵੇਂ ਨਹੀਂ ਸੀ ਉਹਨੂੰ ਚੰਬੜ ਗਈ, ਇਹਦੇ ਪਿੱਛੇ ਸੀ ਉਹਦੇ ਕਮਾਏ ਹੋਏ ਔਗਣ, ਜਿਨ੍ਹਾਂ ਦਾ ਪਛਤਾਵਾ ਤੇ ਉਹ ਕਰਦਾ ਹੈ, ਪਰ ਉਹਨੂੰ ਦਿਸ ਰਿਹਾ ਵੀ ਮੇਰਾ ਪਛਤਾਵਾ ਹੁਣ ਕੀ ਕਰ ਸਕਦਾ, ਮੈਂ ਇੰਨਾ ਕੁਝ ਕਮਾ ਬੈਠਿਆ, ਇੰਨਾ ਕੁਝ ਕਰ ਬੈਠਿਆ ਜਿਹਦੀ ਭਰਪਾਈ ਮੈਂ ਕਰ ਨਹੀਂ ਸਕਦਾ। ਇਹ ਘਾਟੇ ਹੁਣ ਪੂਰੇ ਨਹੀਂ ਹੋਣ ਵਾਲੇ, ਹੁਣ ਸਿਵਾਏ ਪਛਤਾਵੇ ਤੋਂ ਕੁਝ ਨਹੀਂ। ਹੁਣ ਦੁੱਖ ਹੈ ਤੇ ਤਕਲੀਫ ਹੈ, ਔਰ ਇਸ ਤਕਲੀਫ ਨੂੰ ਤਾਂ ਉਹ ਹੀ ਜਾਣਦਾ ਜਿਹੜਾ ਭੋਗ ਰਿਹਾ, ਜਿਹੜਾ ਮਾਣ ਰਿਹਾ। ਬਾਕੀ ਤੇ ਦੱਸ ਹੀ ਸਕਦੇ ਨੇ ਨਾ ਵੀ ਉਹਨੂੰ ਨੀਂਦ ਨਹੀਂ ਆਉਂਦੀ, ਉਹਨੂੰ ਭੁੱਖ ਨਹੀਂ ਲੱਗਦੀ, ਉਹ ਬੈਠ ਨਹੀਂ ਸਕਦਾ, ਉੱਠ ਨਹੀਂ ਸਕਦਾ, ਉਹਦਾ ਬੋਲਣ ਨੂੰ ਜੀ ਨਹੀਂ ਕਰਦਾ, ਉਹ ਖਿੱਚ ਜਾਂਦਾ ਹੈ, ਉਹ ਬੜਾ ਦੁਖੀ ਹੈ, ਬੜਾ ਬਿਮਾਰ ਹੈ। ਇਹ ਤਾਂ ਕੇਵਲ ਨਿਸ਼ਾਨੀਆਂ ਹੀ ਦੱਸੀਆਂ ਜਾ ਸਕਦੀਆਂ ਨੇ, ਦੁੱਖ ਨੂੰ ਮਾਪਿਆ ਨਹੀਂ ਜਾ ਸਕਦਾ।
ਹੁਣ ਦੂਸਰੀ ਘਟਨਾ ਤੁਹਾਡੇ ਨਾਲ ਸਾਂਝੀ ਕਰਾਂ। ਬਹਾਦਰ ਸ਼ਾਹ ਇਹ ਉਹ ਬਾਦਸ਼ਾਹ ਹੈ ਜਿਸ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨਾਲ ਵਾਅਦਾ ਕੀਤਾ ਸੀ ਵੀ ਮੈਂ ਜਿੰਨੇ ਵੀ ਜ਼ਾਲਮ ਔਰ ਅਤਿਆਚਾਰੀ ਹੁਕਮਰਾਨ ਨੇ, ਸਰਕਾਰੀ ਅਹਿਲਕਾਰ ਨੇ, ਉਹਨਾਂ ਨੂੰ ਸਜ਼ਾਵਾਂ ਦਿਆਂਗਾ। ਪਰ ਰਾਜਨੀਤੀ ਦੀ ਲਾਲਸਾ, ਪਦਵੀ ਦੀ ਪਕੜ ਜਿਹੜੀ ਏ, ਇਹ ਮਨੁੱਖ ਦੇ ਕੋਲੋਂ ਬੜਾ ਕੁਝ ਕਰਵਾ ਲੈਂਦੀ ਹੈ। ਇਸੇ ਨੂੰ ਤਾਂ ਬਾਣੀ ਨੇ ਲੋਭ ਆਖਿਆ ਨਾ, ਵੀ ਲੋਭੀ ਬੰਦੇ ਦਾ ਕੋਈ ਇਮਾਨ ਨਹੀਂ ਹੁੰਦਾ, ਕੋਈ ਧਰਮ ਨਹੀਂ ਹੁੰਦਾ, ਕੋਈ ਰਿਸ਼ਤੇਦਾਰ ਵੀ ਨਹੀਂ ਹੁੰਦਾ। ਔਰ ਜਦੋਂ ਲੋਭ ਅੰਦਰ, ਲੋਭ ਹੀ ਲੋਭ ਹੋਵੇ ਮਨੁੱਖ ਦੇ ਮਨ ਅੰਦਰ, ਫਿਰ ਰਿਸ਼ਤੇਦਾਰੀਆਂ ਦਾ ਕੋਈ ਮੁੱਲ ਨਹੀਂ ਰਹਿ ਜਾਂਦਾ, ਧਰਮ ਦਾ ਕੋਈ ਮੁੱਲ ਨਹੀਂ ਰਹਿ ਜਾਂਦਾ, ਦਇਆ ਨਾਮ ਦੀ ਕੋਈ ਚੀਜ਼ ਬੰਦੇ ਅੰਦਰ ਨਹੀਂ, ਫਿਰ ਤਾਂ ਲੋਭ ਹੀ ਸਭ ਕੁਝ ਹੈ, ਲੋਭ ਹੀ ਰੱਬ ਹੈ। ਤੋ ਆਪਣਿਆਂ ਦੇ ਕਤਲ ਕਰਦਾ ਹੈ, ਆਪਣਿਆਂ ਨੂੰ ਠਿੱਬੀ ਲਾਉਂਦਾ ਹੈ, ਪੱਥਰ ਦਿਲ ਬਣ ਜਾਂਦਾ ਹੈ। ਉਹ ਕੁਝ ਕਾਰੇ ਕਰਦਾ ਹੈ ਜਿਨ੍ਹਾਂ ਦੀ ਆਸ ਇਸ ਇਨਸਾਨ ਤੋਂ ਕੀਤੀ ਨਹੀਂ ਜਾ ਸਕਦੀ। ਜਿਵੇਂ ਔਰੰਗਜ਼ੇਬ ਨੇ ਆਪਣੇ ਭਰਾਵਾਂ ਨੂੰ ਕਤਲ ਕਰਕੇ, ਨਿਕਟ ਵਰਤੀਆਂ ਨਾਲ ਧੋਖੇ ਕਰਕੇ ਰਾਜ ਭਾਗ ਪ੍ਰਾਪਤ ਕੀਤਾ, ਉਹੋ ਹੀ ਹਾਲਤ ਬਹਾਦਰ ਸ਼ਾਹ ਦੀ। ਔਰ ਇਹ ਉਹ ਬੰਦਾ ਸੀ ਜਿਹਨੇ ਇਤਿਹਾਸ ਵਿੱਚ ਪਹਿਲੀ ਵਾਰ ਸਿੱਖਾਂ ਦਾ ਆਮ ਕਤਲੇਆਮ ਕਰਨ ਦੀ, ਕਤਲੇਆਮ ਹੁੰਦਾ ਇੱਕ ਤਾਂ ਹੁੰਦਾ ਕਤਲ ਹੋਣਾ, ਇੱਕ ਹੁੰਦਾ ਕਤਲੇਆਮ। ਆਮ ਤੌਰ ਉੱਪਰ ਕਿਸੇ ਦੇ ਲਈ ਫਰਮਾਨ ਜਾਰੀ ਕਰ ਦੇਣਾ ਵੀ ਭਾਵੇਂ ਕੋਈ ਖਾਸ ਹੈ ਤੇ ਭਾਵੇਂ ਕੋਈ ਆਮ ਹੈ, ਹਰ ਆਦਮੀ ਕਤਲ ਕੀਤਾ ਜਾਏ। ਇਸ ਨੇ ਦਸੰਬਰ 1711 ਤੇ 10 ਈਸਵੀ ਨੂੰ, ਦਸੰਬਰ 1710 ਈਸਵੀ ਨੇ ਉਹਨੇ ਪਹਿਲਾ ਫਰਮਾਨ ਜਾਰੀ ਕੀਤਾ ਵੀ ਨਾਨਕ ਪ੍ਰਸਤ ਦਾ ਅਰਥ ਹੁੰਦਾ ਜਿਹੜੇ ਗੁਰੂ ਨਾਨਕ ਮਹਾਰਾਜ ਨੂੰ ਆਪਣਾ ਇਸ਼ਟ ਮੰਨਦੇ ਨੇ, ਗੁਰੂ ਮੰਨਦੇ ਨੇ, ਜਿਹੜੇ ਨਾਨਕ ਪ੍ਰਸਤ ਨੇ, ਭਾਵ ਜਿੰਨੇ ਵੀ ਸਿੱਖ ਨੇ, ਇਹਨਾਂ ਨੂੰ ਕਤਲ ਕੀਤਾ ਜਾਏ। ਕੇਸਾਂ ਵਾਲੇ ਸਿੱਖ ਜਿੱਥੇ ਵੀ ਤੁਹਾਨੂੰ ਨਜ਼ਰ ਆਉਂਦੇ ਨੇ, ਸਭ ਕਤਲ ਕਰ ਦਿੱਤੇ ਜਾਣ। ਇੱਕ ਬਾਦਸ਼ਾਹ ਇਹ ਫਰਮਾਨ ਜਾਰੀ ਕਰੇ, ਉਹ ਵੀ ਕਿਸੇ ਖਾਸ ਕੌਮ ਨੂੰ ਜਾਂ ਧਰਮ ਨੂੰ ਨਿਸ਼ਾਨਾ ਮਿੱਥ ਕੇ। ਇਹ ਪਹਿਲੀ ਵਾਰ ਇਤਿਹਾਸ ਵਿੱਚ ਫਰਮਾਨ ਜਿਹੜਾ ਬਹਾਦਰ ਸ਼ਾਹ ਨੇ ਜਾਰੀ ਕੀਤਾ ਔਰ ਸਿੱਖਾਂ ਦਾ ਕਤਲੇਆਮ ਹੋਇਆ। ਜ਼ਕਰੀਆ ਖਾਨ ਦਾ ਬਾਪ ਅਬਦੁਲ ਸਮਦ ਖਾਨ ਉਸ ਵੇਲੇ ਲਾਹੌਰ ਦਾ ਗਵਰਨਰ ਤੇ ਸੂਬੇਦਾਰ ਸੀ। ਔਰ ਨਿੱਕੇ ਅਹਿਲਕਾਰਾਂ 'ਚ ਹਮੇਸ਼ਾ ਹੀ ਇਹ ਦੌੜ ਹੁੰਦੀ ਹੈ ਵੱਡਿਆਂ ਦੀ ਨਜ਼ਰ ਦੇ ਵਿੱਚ ਚੰਗੇ ਬਣਨ ਦੀ। ਲਾਲਚ ਕਿਉਂਕਿ ਹਰ ਬੰਦੇ ਦੇ ਅੰਦਰ ਕਿਤੇ ਟਿਕਿਆ, ਤੇ ਕੁਝ ਲੋਕ ਲਾਲਚ ਵਿੱਚ ਇੰਨੇ ਅੰਨੇ ਹੁੰਦੇ ਨੇ ਵੀ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਉਹ ਇਨਸਾਨਾਂ ਦੇ ਕਤਲ ਕਰ ਰਹੇ ਨੇ, ਕਿਉਂਕਿ ਉਹਨਾਂ ਨੂੰ ਇੱਕੋ ਹੀ ਚੀਜ਼ ਦਿਸਦੀ ਹੈ, ਤਰੱਕੀ ਤੇ ਤਰੱਕੀ। ਤਰੱਕੀਆਂ ਲੈਣ ਵਾਸਤੇ, ਆਪਣੇ ਲੋਭ ਨੂੰ ਪੂਰਿਆਂ ਕਰਨ ਵਾਸਤੇ, ਔਰ ਵੱਡੇ ਲੋਕਾਂ ਦੀਆਂ ਨਜ਼ਰਾਂ 'ਚ ਪ੍ਰਵਾਨ ਚੜ੍ਹਨ ਵਾਸਤੇ ਉਹ ਵੀ ਖੁੰਖਾਰ ਬਣ ਜਾਂਦੇ ਨੇ। ਤਾਂ ਅਬਦੁਲ ਸਮਦ ਖਾਨ ਨੇ ਵੀ ਕੋਈ ਕਸਰ ਨਾ ਰਹਿਣ ਦਿੱਤੀ। ਇਤਿਹਾਸ ਅੰਦਰ ਬਾਦਸ਼ਾਹ ਦੇ ਤੌਰ ਤੇ ਪਹਿਲਾ ਫਰਮਾਨ ਸਿੱਖਾਂ ਦੇ ਕਤਲੇਆਮ ਦਾ ਬਹਾਦਰ ਸ਼ਾਹ ਨੇ ਜਾਰੀ ਕੀਤਾ, ਤੇ ਗਵਰਨਰ ਦੇ ਤੌਰ ਤੇ ਪਹਿਲਾ ਫਰਮਾਨ ਸਿੱਖਾਂ ਦੇ ਕਤਲੇਆਮ ਦਾ ਜਿਹੜਾ ਇਸ਼ਤਿਹਾਰ ਜਾਰੀ ਕੀਤਾ, ਇਨਾਮ ਰੱਖਿਆ ਜਿਹੜਾ ਸਿਰਾਂ ਦਾ, ਉਹ ਸਭ ਤੋਂ ਪਹਿਲਾਂ ਇਤਿਹਾਸ ਵਿੱਚ ਅਬਦੁਲ ਸਮਦ ਖਾਨ ਨੇ ਰੱਖਿਆ। ਔਰ ਇਹਦਾ ਪੁੱਤਰ ਜ਼ਕਰੀਆ ਖਾਨ, ਉਹ ਵੀ ਸੇਮ ਇਹਦੀ ਕਾਪੀ ਹੈ। ਜਿਹੜੀ ਕਸਰ ਉਹਦੇ ਕੋਲੋਂ ਰਹਿ ਗਈ ਉਹ ਉਹਨੇ ਪੂਰੀ ਕੀਤੀ। ਇਹ ਗਾਥਾ ਦੇ ਵਿੱਚੋਂ ਮੈਂ ਇੱਕ ਗੱਲ ਤੁਹਾਡੇ ਨਾਲ ਜਿਹੜੀ ਜ਼ਰੂਰੀ ਸਾਂਝੀ ਕਰਨੀ। ਬਹਾਦਰ ਸ਼ਾਹ ਆਪਣਾ ਲਾਮ ਲਸ਼ਕਰ, ਫੌਜਾਂ, ਸਾਧਨ, ਜੋ ਕੁਝ ਵੀ ਉਸ ਵੇਲੇ ਉਹਦੇ ਕੋਲ ਮੌਜੂਦ ਸੀ, ਲੈ ਕੇ ਸਿੱਖਾਂ ਦਾ ਕਤਲ ਕਰਦਾ ਹੈ, ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਪਿੱਛਾ ਕਰ ਰਿਹਾ, ਉਹਨੂੰ ਫੜਨ ਦੀ ਕੋਸ਼ਿਸ਼ ਕਰਦਾ, ਪਰ ਉਹ ਹੱਥ ਨਹੀਂ ਆਉਂਦੇ। ਲੋਹਗੜ੍ਹ ਦੀ ਲੜਾਈ ਉਹਨੇ ਲੜੀ। ਲਾਹੌਰ ਦੇ ਆਲੇ ਦੁਆਲੇ ਆ ਕੇ ਕਲਾਨੌਰ ਦੇ ਇਲਾਕੇ ਵਿੱਚ ਉਸਨੇ ਆਪਣਾ ਖੇਮਾ ਬਣਾਇਆ, ਇੱਥੇ ਉਹ ਟਿਕ ਗਿਆ। ਪਰ ਗੁਨਾਹ ਇੰਨੇ ਕੁ ਨੇ, ਆਪਣਿਆਂ ਦੇ ਕਤਲ ਕਰਕੇ ਰਾਜ ਪਾਇਆ, ਤੇ ਉਸ ਰਾਜ ਨੂੰ ਕਾਇਮ ਰੱਖਣ ਵਾਸਤੇ ਬੇਗੁਨਾਹ ਲੋਕਾਂ ਦਾ ਖੂਨ ਦਰ ਖੂਨ ਵਹਾਉਂਦਾ ਬਹਾਦਰ ਸ਼ਾਹ ਅਖੀਰ ਉਸੇ ਹੀ ਬਿਮਾਰੀ ਦਾ ਸ਼ਿਕਾਰ ਹੋਇਆ ਜਿਹੜੀ ਔਰੰਗਜ਼ੇਬ ਨੂੰ ਸੀ, ਦਿਮਾਗੀ ਤੌਰ ਤੇ ਪਰੇਸ਼ਾਨ। ਇੰਨਾ ਡਰ ਅੰਦਰ, ਇੰਨਾ ਪਾਪ ਉਹਦੇ ਅੰਦਰ। ਔਰ ਧਿਆਨ ਦੇਣਾ, ਇਤਿਹਾਸ ਦੀਆਂ ਪੁਸਤਕਾਂ ਵਿੱਚ ਲਿਖਿਆ ਹੈ, ਰਾਤ ਦੇ ਸਮੇਂ ਕੁੱਤੇ ਜਦੋਂ ਭੌਂਕਦੇ ਇਹ ਉੱਠ ਕੇ ਬਹਿ ਜਾਂਦਾ। ਕਿੰਨੇ ਸਖਤ ਪਹਿਰੇ ਹੁੰਦੇ ਇਹਦੇ ਆਲੇ ਦੁਆਲੇ, ਪਰ ਜੇ ਸ਼ਮਿਆਨੇ ਵਿੱਚ ਸੁੱਤਾ, ਜੇ ਰਾਤ ਨੂੰ ਬਿੱਲੀਆਂ ਦੇ ਰੋਣ ਦੀ ਆਵਾਜ਼ ਆਉਂਦੀ ਹੈ ਤਾਂ ਵੀ ਉੱਠ ਕੇ ਬਹਿ ਜਾਂਦਾ। ਜੇ ਘੋੜਾ ਕਿਧਰੇ ਆਪਣਾ ਪੈਰ ਹਿਲਾਉਂਦਾ ਤੇ ਆਵਾਜ਼ ਆਉਂਦੀ ਹੈ ਤਾਂ ਵੀ ਉੱਠ ਕੇ ਬਹਿ ਜਾਂਦਾ। ਔਰ ਅਜੀਬੋ ਗਰੀਬ ਕਿਸਮ ਦੀਆਂ ਹਰਕਤਾਂ ਕਰਨ ਲੱਗਿਆ। ਜਿਹੜੇ ਵੈਦ ਸਨ ਉਹਨਾਂ ਨੇ ਉਸ ਸਮੇਂ ਦੇ ਹਿਸਾਬ ਨਾਲ ਇਹਨੂੰ ਵੇਖਿਆ ਵੀ ਕੀ ਬਿਮਾਰੀ ਹੈ,
उन्होंने अंदाजा लाया भी ये मानसिक तौर पर बीमार हो रहा है और ये बीमारी ये अंदर है, भरम ते वहम डर बह गया, ये अपने आप तो डर लग पिया, अपनियां हरकतां तो ही इहनूं डर आउंदा। ਏਡੀ ਵੱਡੀ ਤਾਕਤ ਦਾ ਮਾਲਕ ਜਿਹਦੇ ਆਲੇ ਦੁਆਲੇ ਕਿੰਨੇ ਹੀ ਸੁਰੱਖਿਆ ਗਾਰਡ ਨੇ, ਉਹਦੀ ਸੁਰੱਖਿਆ ਦਾ ਪੂਰਾ ਇੰਤਜ਼ਾਮ, ਬੜਾ ਵੱਡਾ ਲਾਮ ਲਸ਼ਕਰ ਹੈ ਜਿਹਦਾ, ਉਹ ਆਦਮੀ ਆਪਣੇ ਆਪ ਤੋਂ ਡਰਦਾ ਹੈ। ਬਾਹਰ ਦੀਆਂ ਗੱਲਾਂ ਤੇ ਇੱਕ ਬਹਾਨਾ ਸਨ, ਡਰ ਤਾਂ ਆਪਣੇ ਅੰਦਰੋਂ ਉਪਜਿਆ ਹੋਇਆ ਹੈ, ਜਿਸ ਨੂੰ ਗੁਰੂ ਗ੍ਰੰਥ ਸਾਹਿਬ ਇੱਕ ਸ਼ਬਦ ਕਹਿੰਦੇ ਨੇ। ਵੇਖੋ ਤਰਾ ਧਿਆਨ ਦੇਣਾ, ਇੱਕ ਆਦਮੀ ਇੰਨੀ ਸੁਰੱਖਿਆ ਵਿੱਚ ਸੌਂਦਾ ਹੈ, ਉੱਠਦਾ ਹੈ, ਬੈਠਦਾ ਹੈ, ਖਾਂਦਾ ਹੈ, ਪਹਿਨਦਾ ਹੈ, ਇੰਨੇ ਆਦਮੀ ਉਹਦੀ ਸੇਵਾ ਵਾਸਤੇ ਕਰਮਚਾਰੀ ਨੇ, ਉਹਨੂੰ ਡਰ ਹੈ। ਇੱਕ ਆਦਮੀ ਦੇ ਸਾਹਮਣੇ ਤਲਵਾਰ ਲੈ ਕੇ ਕੋਈ ਖੜਾ ਹੈ ਵੀ ਤੈਨੂੰ ਕਤਲ ਕੀਤਾ ਜਾਏਗਾ, ਤੂੰ ਮੰਨ, ਤੂੰ ਕਹੇ ਵੀ ਮੈਂ ਸਿੱਖ ਨਹੀਂ ਆ, ਜੇ ਤੂੰ ਕਹਿ ਦੇਵੇਂ ਵੀ ਮੈਂ ਸਿੱਖ ਨਹੀਂ ਆ ਤੈਨੂੰ ਬਖਸ਼ ਦਿੱਤਾ ਜਾਏਗਾ, ਉਹ ਬੰਦੇ ਨੂੰ ਡਰ ਕੋਈ ਨਹੀਂ। ਜਿਹਦੇ ਸਾਹਮਣੇ ਮੌਤ ਖੜੀ ਏ ਉਹ ਨਿਡਰ ਹੈ। ਜਿਹੜਾ ਸੁਰੱਖਿਆ ਦੇ ਵਿੱਚ ਉਹ ਸਭ ਤੋਂ ਵੱਧ ਡਰਿਆ ਹੋਇਆ ਹੈ। ਕਾਰਨ ਕੀ ਹੋ ਸਕਦਾ ਹੈ ਭਲਾ? ਗੁਰੂ ਗ੍ਰੰਥ ਸਾਹਿਬ ਨੇ ਇੱਕ ਗੁੰਝਲ ਖੋਲੀਏ, ਸੋ ਡਰੈ ਜੇ ਪਾਪ ਕਮਾਉਂਦਾ। ਡਰ ਮਨੁੱਖ ਨੂੰ ਆਪਣੇ ਪਾਪ ਦਾ ਹੈ, ਗੁਨਾਹ ਦਾ ਹੈ। ਧਰਮੀ ਵਿਗਸੇਤ, ਜੇ ਮਨੁੱਖ ਦੇ ਪੱਲੇ ਧਰਮ ਹੋਵੇ, ਸੱਚ ਹੋਵੇ, ਤਾਂ ਮਨੁੱਖ ਨੂੰ ਭੈ ਨਹੀਂ ਕੋਈ। ਇਹ ਤਾਂ ਮਨੁੱਖ ਨੂੰ ਲੱਗਦਾ ਹੈ ਵੀ ਜੋ ਹੋਏਗਾ ਵਰਤ ਕੇ ਰਹੇਗਾ, ਵੇਖੀ ਜਾਏਗੀ। ਡਰ ਕਾਹਦਾ ਹੈ? ਡਰ ਤੇ ਉੱਥੇ ਜਿੱਥੇ ਪਾਪ ਹੈ, ਗੁਨਾਹ ਹੈ, ਉੱਥੇ ਮਨੁੱਖ ਨੂੰ ਆਪਣੇ ਹੀ ਗੁਨਾਹਾਂ ਦਾ ਡਰ ਸਤਾਈ ਜਾਂਦਾ ਹੈ। ਹਰ ਵਕਤ ਹਰ ਘੜੀ ਮਨੁੱਖ ਭੈ ਦੇ ਅਸਰ ਅਧੀਨ ਜਿਉਂਦਾ ਹੈ। ਦਰਅਸਲ ਉਹ ਕੋਈ ਜ਼ਿੰਦਗੀ ਨਹੀਂ ਹੁੰਦੀ, ਉਹ ਗੁਲਾਮੀ ਹੁੰਦੀ ਹੈ। ਭੋਗ ਰਿਹਾ ਬੰਦਾ, ਪਹਿਲਾਂ ਗੁਨਾਹ ਕਰਦਾ ਹੈ, ਫਿਰ ਗੁਨਾਹਾਂ ਦਾ ਡਰ ਅੰਦਰ ਬਹਿ ਜਾਂਦਾ ਹੈ, ਉਸੇ ਡਰ ਤੋਂ ਹੀ ਆਪਣੀ ਜਾਨ ਲੁਕਾਉਂਦਾ, ਗੁਲਾਮੀ ਭੋਗ ਭੋਗ ਕੇ ਆਖਰ ਇਵੇਂ ਮਰਦਾ ਹੈ। ਇਹ ਕੋਈ ਜ਼ਿੰਦਗੀ ਨਹੀਂ, ਗੁਰਬਾਣੀ ਦੇ ਮੁਤਾਬਕ ਇਹ ਕੋਈ ਜੀਵਨ ਨਹੀਂ ਹੈ। ਹੁਣ ਧਿਆਨ ਦੇਣਾ ਇਸ ਨੁਕਤੇ ਵੱਲ, ਉਹਨੂੰ ਹਰ ਚੀਜ਼ ਤੋਂ ਭੈ ਆਉਂਦਾ, ਔਰ ਇਹੋ ਹੀ ਭੈ, ਇਹੋ ਹੀ ਡਰ ਆਪਣੇ ਆਪ ਤੋਂ, ਇਹ ਜਿਹੜੀ ਬਿਮਾਰੀ ਉਹਨੂੰ ਲੱਗੀ, ਇਹੋ ਹੀ ਉਹਦੀ ਮੌਤ ਦਾ ਕਾਰਨ। ਤੀਸਰੀ ਘਟਨਾ, ਭਾਈ ਤਾਰੂ ਸਿੰਘ ਨੂੰ ਸ਼ਹੀਦ ਕੀਤਾ ਜ਼ਕਰੀਆ ਖਾਨ ਨੇ ਆਪ ਹੁਕਮ ਦੇ ਕੇ। ਭਾਈ ਤਾਰੂ ਸਿੰਘ ਜੀ ਬੜੇ ਉੱਚੇ ਸੁੱਚੇ ਔਰ ਮਹਾਨ ਜੀਵਨ ਦੇ ਮਾਲਕ ਸਨ। ਉਹ ਜੁਝਾਰੂ ਵੀ ਬਹੁਤ ਤਕੜੇ ਸਨ ਤੇ ਕੌਮ ਦੇ ਸੇਵਾਦਾਰ ਵੀ ਬੜੇ ਵੱਡੇ ਸਨ। ਉਹਨਾਂ ਦੇ ਜੀਵਨ ਦੇ ਅੰਦਰ ਬੜੀਆਂ ਖੂਬੀਆਂ ਨੇ। ਉਹਨਾਂ ਨੇ ਜਿੰਨਾ ਕੰਮ ਕੀਤਾ ਹੈ ਪੰਥ ਦੀ ਭਲਾਈ ਲਈ, ਸਮਾਜ ਦੀ ਬਿਹਤਰੀ ਲਈ, ਉਹ ਆਪਣੇ ਆਪ ਵਿੱਚ ਇੱਕ ਮਿਸਾਲ ਹੈ। ਸਨੇਹ ਵੀ ਸਾਰਿਆਂ ਨਾਲ। ਕਹਿਣ ਤੋਂ ਭਾਵ ਜਿਸ ਗੁਰਮੁਖ ਜੀਵਨ ਦੀ ਵਿਚਾਰ ਅਸੀਂ ਬਾਣੀ ਚੋਂ ਪੜ੍ਹਦੇ ਹਾਂ, ਉਹਦਾ ਉਹ ਰੂਪ ਨੇ, ਸਾਕਾਰ ਰੂਪ। ਬਾਣੀ ਨੂੰ ਹੰਢਾਇਆ ਹੈ ਜੀਵਨ ਅੰਦਰ। ਪੰਥ ਪ੍ਰਸਤੀ ਦੀ ਉਹਨਾਂ ਦੇ ਅੰਦਰ ਇਹੋ ਜਿਹੀ ਗੱਲ ਹੈ ਵੀ ਉਹਨੂੰ ਪੜ੍ਹੀਏ ਤੇ ਫਕਰ ਮਹਿਸੂਸ ਹੁੰਦਾ ਹੈ। ਹੁਣ ਧਿਆਨ ਦੇਣਾ, ਭਾਈ ਤਾਰੂ ਸਿੰਘ ਨੂੰ ਪਕੜਿਆ ਗਿਆ, ਸ਼ਹੀਦ ਵੀ ਕੀਤਾ ਗਿਆ, ਉਹਨਾਂ ਦਾ ਖੋਪਰ ਉਤਾਰਿਆ ਗਿਆ। ਇਹ ਸਾਰਾ ਕਾਰਾ ਜ਼ਕਰੀਆ ਖਾਨ ਨੇ ਆਪ ਕਰਵਾਇਆ, ਔਰ ਇਹ ਕੋਈ ਪਹਿਲੀ ਗੱਲ ਨਹੀਂ ਸੀ। ਇਸ ਤੋਂ ਪਹਿਲਾਂ ਬੜੇ ਸਿੱਖਾਂ ਨੂੰ ਸ਼ਹੀਦ ਕਰ ਵੀ ਚੁੱਕਿਆ, ਕਰਵਾ ਵੀ ਚੁੱਕਿਆ, ਬੜਾ ਕੁਝ ਉਹਦੀਆਂ ਅੱਖਾਂ ਸਾਹਮਣੇ ਵਾਪਰਦਾ ਹੈ, ਉਹਦੇ ਹੁਕਮ ਨਾਲ ਹੁੰਦਾ ਹੈ। ਪਰ ਧਿਆਨ ਦੇਣਾ, ਉਹਦੀ ਮੌਤ ਦਾ ਕਾਰਨ ਵੀ ਉਹਦੀ ਆਪਣੇ ਅੰਦਰ ਦਾ ਡਰ ਹੈ, ਭੈ ਹੈ, ਬੇਆਰਾਮੀ ਹੈ, ਮਾਨਸਿਕ ਤੌਰ ਦੇ ਉੱਤੇ ਅਪਸੈਟ ਹੋਣਾ। ਮੈਂ ਇਹ ਉਦਾਹਰਨਾਂ ਇਸ ਕਰਕੇ ਨਹੀਂ ਦੱਸ ਰਿਹਾ ਕਿ ਇਹ ਸਾਰੀਆਂ ਉਦਾਹਰਨਾਂ ਉਹਨਾਂ ਲੋਕਾਂ ਦੀਆਂ ਨੇ ਜਿਹੜੀਆਂ ਗੁਰੂ ਸਾਹਿਬਾਨ ਦੇ ਮਾਰਗ ਨੂੰ, ਗੁਰੂ ਮਹਾਰਾਜ ਦੀ ਸ਼ਖਸੀਅਤ ਤੇ ਸਿੱਖੀ ਨੂੰ ਨਫ਼ਰਤ ਕਰਦੇ ਸਨ, ਸਿੱਖਾਂ ਦੇ ਖੂਨ ਨਾਲ ਜਿਨ੍ਹਾਂ ਦੇ ਹੱਥ ਰੰਗੇ ਸਨ। ਇਹ ਮੈਂ ਉਦਾਹਰਨਾਂ ਇਸ ਕਰਕੇ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕਿਉਂਕਿ ਇਹ ਬੰਦੇ ਪਾਪ ਦੀ ਇੱਕ ਮਿਸਾਲ ਸਨ ਸੰਸਾਰ ਦੇ ਉੱਤੇ, ਗੁਨਾਹਾਂ ਦਾ ਇੱਕ ਜਿਉਂਦਾ ਜਾਗਦਾ ਸਬੂਤ ਨੇ। ਇਹਨਾਂ ਦੇ ਕੀਤੇ ਹੋਏ ਅਤਿਆਚਾਰ ਇਤਿਹਾਸ ਅੱਜ ਵੀ ਕੂਕ ਕੂਕ ਕੇ ਦੱਸਦਾ। ਮੈਂ ਉਹਨਾਂ ਦੇ ਅਤਿਆਚਾਰੀ ਜੀਵਨ ਦੀ ਗੱਲ ਤੁਹਾਡੇ ਸਾਹਮਣੇ ਕਰ ਰਿਹਾ। ਐਸਾ ਅਤਿਆਚਾਰ ਭਾਵੇਂ ਕਿਸੇ ਵੀ ਕੌਮ ਨਾਲ ਸੰਬੰਧ ਰੱਖਣ ਵਾਲਾ ਬੰਦਾ ਕਰੇ, ਉਹਦੇ ਹਸ਼ਰ, ਉਹਦਾ ਦੁੱਖ ਬੜਾ ਵੱਡਾ ਹੁੰਦਾ ਹੈ। ਉਹ ਕਿਸੇ ਨੂੰ ਭਾਵੇਂ ਨਜ਼ਰ ਆਵੇ ਭਾਵੇਂ ਨਾ ਆਵੇ। ਸਵਾਲ ਤੇ ਇਹ ਹੈ, ਸਤਿਗੁਰੂ ਮਹਾਰਾਜ ਦੀ ਮੁਬਾਰਕ ਬਾਣੀ ਨੇ ਆਖਿਆ ਵੀ ਇੱਕ ਜੀਵਨ ਉਹ ਨੇ, ਗੌਰ ਕਰਨਾ ਇਤਿਹਾਸ ਵਿੱਚੋਂ, ਵੀ ਜਿਹੜੇ ਐਨ ਆਪ ਧੌਣ ਨੀਵੀਂ ਕਰਦੇ ਨੇ ਵੀ ਤੁਸੀਂ ਤਲਵਾਰ ਚਲਾ ਕੇ ਆਪਣੇ ਮਨ ਨੂੰ ਖੁਸ਼ ਕਰ ਲਓ, ਪਰ ਸਾਡਾ ਅਸੂਲ ਟੁੱਟ ਨਹੀਂ ਸਕਦਾ। ਮੈਂ ਉਦਾਹਰਣ ਇਹ ਦੇ ਰਿਹਾ ਵੀ ਉਹਨਾਂ ਦੇ ਅੰਦਰ ਡਰ ਕੋਈ ਨਹੀਂ, ਉਹਨਾਂ ਨੂੰ ਮੌਤ ਵੀ ਜੀਵਨ ਵਰਗੀ ਲੱਗਦੀ ਹੈ। ਕੀ ਕਾਰਨ ਹੋ ਸਕਦਾ ਹੈ? ਚਾਤਰ ਬੰਦਾ ਇਹਨੂੰ ਜਜ਼ਬਾਤ ਕਹਿ ਸਕਦਾ ਹੈ,
कि जज्बाती हो के भावुक हो के कोई मर गया, ये कोई ऐसी गल नहीं। भावुक एक होणगे, दो होणगे, 10 होणगे, 740 सिख पकड़े गए सन फर्कशीर दे वक्त। 740 चो एक भी ऐसा नहीं सी जिन्हें सरकार दे कहण दे उत्ते शब्द आख्या होवे भी मैं सिख नहीं हाँ। कि वो सारे दे सारे ही जज्बातां दे वहण विच वह गए सन, कि वो सारे कोई सच्चे नाल बने हुए लोग ने। सतगुरु महाराज की मुबारक सिੱਖੀ ਨੂੰ प्यार करने वाले, असूल ਨੂੰ सच ਨੂੰ प्यारन वाले, हक ते सच दे लई जूझण वाले, जुल्म दा, अत्याचार दा, पाप दा विरोध करने वाले, वो 740 मरजीवड़े एक भी ऐसा नहीं सी जिहड़ा तलवार नूं वेख के घबरा गया होवे। डर कोई नहीं। सब तो वड्डा भयंकर डर मनुख नूं मौत दा ही हुंदा है ना, नुकसान दा ही हुंदा है ना। ते जान चली जाण तो वड्डा नुकसान होर की हो सकदा है जिउंदे मनुख वास्ते। पर यह भी सब तो वड्डे नुकसान दा खदशा अपने दिल चों कढ दिता है। निरभਉ जपै सगल भਉ मिटै, प्रभ किरपा ते प्राणी छुटै। ये दो तस्वीरां ने साडे सामने, एक निडर मनुख की तस्वीर है ते एक डरे हुए मनुख की तस्वीर है। जिहड़ा निडर आदमी है ਉਹਦੇ सामने तलवार वाला खड़ा है मौत वंडण वास्ते, ਉਹਨੂੰ फिर भी कोई शिकन, कोई उदासी, कोई भय नहीं। एक वो है जिहदे कोल सुरक्षा दे बड़े कड़े इंतजाम ने। वो आदमी डरिया है अपने आप कोलों, वो बड़ा परेशान है, बड़ा चिंता च है। की कारण हो सकते ने? दोवां दी तर्जे जिंदगी, जिंदगी जीउण दे तरीके वखरे वखरे ने। बस ਉਹਦੇ ਚ ही भेत है दोवां दा। एक दे पल्ले सच है, वो मौत दे सामने खलो के भी खुशी महसूस करता है। दूसरे दे पल्ले झूठ है, वो अपने झूठ दे दबाव हेठ ही जींदा है, डरिया है, अपसैट है, परेशान है, दुखी है। ਉਹਦੇ दुख नूं कोई दूर नहीं कर सकता। सतगुरु महाराज ये पक्ष सानू समझाउणा चाहुंदे ने। शायद एडी वड्डी भयंकर घड़ी किसी मनुख के जीवन में ना आए, पर ध्यान देना भी थोड़ा जा बहुता ये दुख हर मनुख के मन अंदर उथे ही होवेगा जिथे गुरु नानक महाराज सच्चे पातशाह शब्द वरतते ने भी जिथे औगण है उसते पछतावा है। ठहक मोई अवगुण पछताए। महाराज कहते ने भटकणा दे विच पै के इधर उधर धक्के धूड़े खा के आत्मक मानसिक तौर की भटकणा नूं सह के जीव आत्मक तौर उपर मरदा है ते अवगण कर करके फिर पछतावा उहदे पल्ले पै जांदा है। गुरु नानक महाराज सुचेत करते ने ऐसा काम मूले ना कीचै जित अंत पछोताई है। अखीर ओढ़क नूं तेरे पल्ले सवाए पछतावे तो रही कख ना जाए, तू ऐसा कारज ना करी। इस करके महाराज कहते मंदा मूल न कीचई, दे लम्मी नजर निहाली है। थोड़ी जी लम्मी नजर दृष्टि नाल वेखीए, मूलों ही ऐसा काम ना करिए जिहड़ा पछतावे दा साधन बन जाए। सतगुरु आखदे ने ठाकुर एक सबाई नार, मालक इको ही है, बाकी सब जीव इस्तरियां उस अकाल पुरख वाहिगुरू दियां जिंदा पैदा कीतियां होईयां ने। और बहुते वेस करे कूड़ियार। जेड़ी जीव इस्तरी, जो जीव बहुते वेस करदा, वेसदार ते थां थां भटकदा है, बड़े रूप बनाउंदा बंदा अपने जीवन अंदर। पल विच ही धर्मी है, पल विच ही कुछ है, पल विच ही कुछ है। वखरे वखरे रूप ने ना, जिहो जिहा माहौल उहो जिहा रूप है। मनुख स्थिर नहीं, अपने वखरे वखरे रूप बना लैंदा है। जदों बाणी दा पाठ हो रहा घर विच उदों बड़ा भगत है, ते अगले ही पल जदों रिसैप्शन पार्टी हो रही डांसरां नाल नच भी रहा। हुण किहड़ा रूप सही है इहदा? असल रूप की है इहदा? कोई भी नहीं। ਇਹਦਾ भाव है मन चला है। जिवें टुटा होया पत्ता जमीन ते पिया है ना, ते जिधरों हवा आए उधर नूं उड़ के तुरिया जांदा है। ऐसी अवस्था है। हर तरह के वेग सह लैंदा है। अपना एक भी वेग इहदा सही नहीं, भाव अपना कोई सुभाव नहीं। जिहो जिहा गया उहो जिहा ही। खिन विच भगत है, हुणे डाकू भी है, हुणे चोर भी है, हुणे निंदा भी कर रहा है, हुणे पल नूं चुगली भी कर रहा है, अगले ही पल फिर बड़ा गुरमुख बनदा है। बहुते वेस करे, बड़े वेस करदा है, बड़े रूप बनाउंदा है, बड़े स्वांग रचदा है। महाराज कहंदे ने क्यों रचदा है? क्योंकि कूड़ियार है, मन नूं झूठ दा चस्का लगा है, इस करके बेचारा भटकदा रहिंदा। जो ठीक लगदा करदा है, मन परचावे हो रहे ने, मन परचावा हो रहा है। सतगुरु महाराज आखदे ने
पर घर जाती ठाक रहाई। पर गुरु जिस उपर रहमत शब्द की बरकत करता है, बख्शिश करता है, जिहड़ा गुरु के उपदेश नूं हंडा लवे, जी लवे, सतगुरु जी आखते ने वो पर घर का अर्थ है दूजे पासे की झाक। पर घर जोना, पर घर तकना, पराए घर वाल नजर रखनी, इहदा भाव हुंदा है भी दूजे वाल वेखना। बहुते लोग पता क्यों दुखी ने, उन्होंने दुख ये नहीं भी साडे कोल कुछ घट है, उन्होंने दुख है भी दूजे कोल ज्यादा है। तकलीफ ये है क्योंकि जदों दूजे वाल वेखते हैं तो अपने आप को तोलते हैं, उन्होंने अपना आप छोटा लगन लग पैंदा, उदों ही दुखी हो उठते हैं, कुरला उठते हैं कि हाय मैं तो पछड़ गया, मैं तो पिछे रह। नहीं तो उन्होंने दुख चेते ना आए, घाट महसूस न, जदों दूजे वाल वेखते हैं उन्होंने अपनी घाट कमी नजर आउण लग पैंदी है, तदों उन्हां दे अंदर दा दुख वध जांदा है। बहुते लोग दुखी इस करके ने, ते कई लोकां नूं इस गल विच खुशी मिलदी है जदों दूजे दा नुकसान वेखण उन्हां दे मन नूं तसल्ली हुंदी, चलो कोई ते है जिहड़ा मेरे नाल है। अपना नुकसान होवे ते बंदा कुरला उठदा है, दूजे दा होवे ते मन अंदर एक अजीब जही झरनाहट छिड़दी है, खुशी जही मन नूं तसल्ली जही महसूस हुंदी, चलो एक होर मेरे नाल रलिया। हुण ये दुख ते सुख है जिहड़े भोग रिहा मन, दूजे दी खुशी विचों दुख महसूस करदा है, दूजे दे दुख विचों खुशी महसूस करदा है। सतगुरु महाराज आखदे ने इवें पराए घर वल तक के दुखी हुंदा है ते सुखी हुंदा है। पराए घर वल दूजियां वल तक के दुखी हुंदा है ते सुखी हुंदा है। किसे दा धन बहुता वेखिया, किसे दे पल्ले सहूलत बहुती वेखी, किसे दे पल्ले रूप चंगा वेखिया, विदवता चंगी वेखी, ताकत वेखी, उहदे परिवार च खुशहाली वेखी, तकलीफ होई। किसे दे विच ये सब घाटां वेखियां ते मन अंदर एक अजीब जी खुशी महसूस होई भी चलो चंगा है। गुरु महाराज इसनूं कहिंदे ने पार घर तकना, दूजे वाल ध्यान रखना और बड़ा ही माड़े ढंग नाल ध्यान रखना। सतगुरु आखदे ने ये जिहड़ी बिरती सी पराए घर वाल तक के खुशी महसूस करन दी ते दुखी होण दी, गुरु दे शब्द ने इस मन नूं टिका दिता। ये भैड़ी बिरती तो खिहड़ा छुट गया। हुण कोई खुशी नहीं, किसे दे दुख नूं वेख के ते किसे दी खुशी नूं वेख के तकलीफ कोई नहीं, मन सावा हो गया ना। हुण वेखो गौर करना, इस तकलीफ तो जिन्हें खिहड़ा छुड़ा लिया उहदा जीवन किन्ना सुखी बन गया। ये तो सोचण वाली गल है, किन्ना वड्डा उन्हें जंजाल ला लिया अपने मन तो, किड्डी वड्डी उसने अपने जीवन दे अंदरों ये मानसिक तनाव मुका लिया। एवें वाधू पानी रिड़कण वाली मशक्कत तो बंदा बच गया, एवें फजूल दी तकलीफ ही है। इस करके गुरु महाराज आखदे ने महल बुलाई ठाक ना पाई। जिन्हों अकाल पुरख वाहिगुरू इन्हां बिरतियां तो माड़े सुभाव तो मुक्त करदा है गुरु दे शब्द दे नाल, समझो वो रब दी हजूरी दा आनंद माणदा है। मानो उत्थे रब है जिथे ये बिरती पाप दी ए पराया घर तकण वाली बिरती नहीं, समझो उत्थे रब है। पर धन पर दारा पर हरी, तां कै निकट वसै नर हरी। हजूर कहंदे जिसने दूजे दा धन औरत रूप जोबन सहूलत सब कुछ वेख के अपने मन नूं साड़ना बंद कर दिता है, समझो वो बंदा रब दे नेड़े है। उन्होंने जिहड़ा उस वेले आनंद है ना, वो रब दे नेड़े दा आनंद है। जिहड़ा उस वेले मन नूं सुकून है, वो रब दे नेड़े होण दा सुकून है। सतगुरु सच्चे पातशाह आखदे ने समझो वो रब दे घर विच रह रहा है, समझो भी वो रब दे कोल वसदा है जिथे ये सुभाव नहीं। महल बुलाई ठाक ना पाई, फिर तृष्णा ओदे रस्ते दी रुकावट नहीं बनती। पराया घर तकण दी बिरती ओदी जिंदगी दे रस्ते दी रुकावट नहीं बनती। वो सुख आराम विच है, चैन विच, जो भी है बड़े आनंद विच है। गुरु नानक महाराज ने पता है भाई लालो दे घर आप जाना पसंद क्यों किया? कोई लालो ने सदा नहीं देता, ਇਹਦਾ कोई जिक्र नहीं भी लालो ने सदा दिता होवे महाराज मेरे घर आओ। गुरु साहब आप चल के गए। गुरु नानक महाराज ने बड़े अमीर लोगों के घर, मलक भागो वर्गियां दे सदे और होर सबना दे घर, केवल सबना नूं छड्ड के लालो दे घर जाना पसंद क्यों किया? इस विच एक राज है, एक कारण है इसदा भी सतगुरु गुरु नानक महाराज पातशाह जदों उहदे घर जांदे ने ना, मैं कई बार सोचदा ये घटना किन्नी पुरानी इतिहास अंदर।
600 ਸਾਲ ਤੋਂ ਵੱਧ ਦਾ ਸਮਾਂ ਤੇ ਹੋ ਹੀ ਗਿਆ। ਇੰਨੀ ਪੁਰਾਣੀ ਘਟਨਾ ਹੈ। ਅੱਜ ਸਮਾਂ ਬਹੁਤ ਅੱਗੇ ਨਿਕਲ ਗਿਆ, ਸਦੀਆਂ ਲੰਘ ਗਈਆਂ ਨੇ ਇਸ ਘਟਨਾ ਨੂੰ। ਅੱਜ ਦੇ ਗਰੀਬ ਦੀ ਇੱਕ ਸਭ ਤੋਂ ਆਮ ਜੈ ਕਿਰਤੀ ਜੈ ਹਮਾਤੜ ਜੈ ਆਦਮੀ ਦੇ ਘਰ ਦੀ ਹਾਲਾਤ ਨੂੰ ਜਾ ਕੇ ਵੇਖੀਏ ਤੇ ਫਿਰ ਤੁਲਨਾ ਕਰਨਾ ਅੱਜ ਤੋਂ 600 ਸਾਲ ਪਹਿਲੋਂ ਦੇ ਇੱਕ ਗਰੀਬ ਆਦਮੀ ਕਿਰਤੀ ਆਦਮੀ ਦੇ ਘਰ ਦੀ, ਵੀ ਉੱਥੇ ਕੀ ਹਾਲਾਤ ਹੋਣਗੇ। ਅੱਜ ਤਾਂ ਸ਼ਾਇਦ ਹੋ ਸਕਦਾ ਹੈ ਮਜ਼ਦੂਰ ਦੇ ਘਰ ਵਿੱਚ ਵੀ ਪਾਣੀ ਦਾ ਇੰਤਜ਼ਾਮ ਹੋਵੇ, ਉਹਨਾਂ ਸਮਿਆਂ 'ਚ ਨਹੀਂ ਸੀ ਹੁੰਦਾ। ਅੱਜ ਤੇ ਮਜ਼ਦੂਰ ਦੇ ਘਰ ਅੰਦਰ ਵੀ ਪੱਕੀ ਇੱਟ ਤੁਹਾਨੂੰ ਲੱਗੀ ਮਿਲ ਜਾਏਗੀ, ਉਹਨਾਂ ਸਮਿਆਂ 'ਚ ਕਿੱਥੋਂ ਹੋਏਗੀ। ਅੱਜ ਤਾਂ ਮਜ਼ਦੂਰ ਦੇ ਘਰ ਅੰਦਰ ਵੀ ਰਸਮੋ ਰਿਵਾਜ ਜਿਹੜੇ ਨੇ, ਥੋੜਾ ਸਮਾਜ ਵਿੱਚ ਵਿਦਿਆ ਆ ਗਈ ਹੈ, ਗਿਆਨ ਆ ਗਿਆ, ਐਜੂਕੇਸ਼ਨ ਆ ਗਈ, ਕੁਝ ਸਾਧਨ ਸਹੂਲਤਾਂ ਆ ਗਏ, ਕੁਝ ਇੱਕ ਸਾਰਤਾ ਜਿਹੀ ਆਉਣ ਲੱਗ ਪਈ। ਉਦੋਂ ਇਹ ਗੱਲਾਂ ਕਿੱਥੇ ਸਨ। ਹੁਣ ਪਰ ਧਿਆਨ ਦੇਣਾ ਇੱਕ ਨੁਕਤੇ ਵੱਲ। ਉਹਨਾਂ ਸਮਿਆਂ ਵਿੱਚ ਪਿੰਡਾਂ ਦੇ ਬਾਹਰ ਇੱਕੋ ਹੀ ਖੂਹ ਪਾਣੀ ਆਦਿਕ ਦਾ ਸਾਧਨ ਹੁੰਦਾ, ਜਿੱਥੋਂ ਸਮਾਂ ਵੰਡਿਆ ਹੁੰਦਾ ਸੀ। ਜਿਹੜੇ ਜ਼ਿਆਦਾ ਹੰਕਾਰੀ ਲੋਕ, ਉਹਨਾਂ ਸਮਾਂ ਵੰਡਿਆ ਹੁੰਦਾ ਸੀ ਵੀ ਪਹਿਲਾਂ ਮਰਦ ਜਾਣਗੇ ਪਿੰਡ ਦੇ, ਫਿਰ ਔਰਤਾਂ ਜਾਣਗੀਆਂ, ਔਰ ਜਿਹੜੇ ਖਾਸ ਤੌਰ ਤੇ ਨੀਵੀਆਂ ਜਾਤਾਂ ਦੇ ਲੋਕ ਨੇ, ਉਹਨਾਂ ਲਈ ਸਮਾਂ ਹੁੰਦਾ ਸੀ ਵੀ ਉਹ ਪਾਣੀ ਜਿਹੜਾ ਹੈ ਉਹਨਾਂ ਲਈ ਇੱਕ ਚਬੱਚਾ ਬਣਾਇਆ ਹੁੰਦਾ ਵੀ ਕੱਢ ਕੇ ਉਹ ਚ ਪਾਈ ਜਾਣਾ, ਉਹ ਚੋਂ ਵਿਚਾਰਿਆਂ ਨੇ ਭਰ ਕੇ ਅੱਗੇ ਜਾਣਾ। ਇਹ ਸਿਚੁਏਸ਼ਨ ਰਹੀ ਹੈ ਭਾਰਤ ਦੀ ਧਰਤੀ ਤੇ, ਜਿਨ੍ਹਾਂ ਨੂੰ ਪਛੜੇ ਲੋਕ ਆਖਿਆ ਜਾਂਦਾ। ਪਛਾੜੇ ਗਏ ਸਨ, ਅਸਲ 'ਚ ਪਛੜੇ ਨਹੀਂ ਸਨ। ਉਹਨਾਂ ਨੂੰ ਕਹਿੰਦੇ ਪਛੜੇ ਹੋਏ, ਪਛੜੇ ਨਹੀਂ ਨੇ, ਪਛਾੜੇ ਗਏ ਨੇ। ਪਰ ਜਿਹੜਾ ਸਿਸਟਮ ਹੈ ਨਾ, ਸਿਸਟਮ ਬੜਾ ਚਲਾਕ ਹੁੰਦਾ ਹੈ। ਉਹ ਸ਼ਬਦ ਪਛਾੜੇ ਗਏ ਨਹੀਂ ਵਰਤੇਗਾ, ਪਛੜੇ ਹੋਏ ਵਰਤੇਗਾ ਵੀ ਇਹ ਆਪਣੀ ਗਲਤੀ ਨਾਲ ਪਛੜੇ ਨੇ, ਪਿੱਛੇ ਰਹਿ ਗਏ ਨੇ, ਜਦੋਂ ਕਿ ਪਿੱਛੇ ਛੱਡੇ ਜਾਂਦੇ ਨੇ ਬੰਦੇ। ਇਹ ਕਿਵੇਂ ਹੋ ਸਕਦਾ ਹੈ ਵੀ ਇੱਕ ਆਦਮੀ ਦੇ ਕੋਲ ਇੰਨੀ ਲਿਆਕਤ ਸੀ ਵੀ ਉਹ ਤਰੱਕੀ ਕਰ ਗਿਆ, ਮਾਣ ਸਤਕਾਰ ਪਾ ਗਿਆ, ਤੇ ਦੂਜੇ ਸਾਰੇ ਮੂਰਖ ਸਨ ਵੀ ਉਹਨਾਂ ਨੂੰ ਕੱਖ ਵੀ ਨਹੀਂ ਮਿਲਿਆ। ਦਰਅਸਲ ਉਹਨਾਂ ਨੂੰ ਧੱਕੇ ਹੀ ਇੰਨੇ ਮਾਰੇ ਗਏ ਨੇ, ਉਹ ਬਹੁਤ ਦੌੜ ਵਿੱਚ ਪਿੱਛੇ ਰਹਿ ਗਏ, ਪਿੱਛੇ ਛੱਡ ਦਿੱਤੇ ਗਏ। ਖੈਰ, ਜੋ ਮੈਂ ਬੇਨਤੀ ਕਰ ਰਿਹਾ ਉਹ ਇਹ ਹੈ, ਗੁਰੂ ਨਾਨਕ ਮਹਾਰਾਜ ਉਸ ਕਿਰਤੀ ਦੇ ਘਰ ਜਾਂਦੇ ਨੇ। ਬੜੇ ਆਦਰ ਨਾਲ ਉਸਨੇ ਗੁਰੂ ਨਾਨਕ ਮਹਾਰਾਜ ਨੂੰ ਆਪਣੇ ਘਰ ਵਿੱਚ ਬਿਠਾਇਆ। ਜਿਹੋ ਜਿਹਾ ਵੀ ਸਾਧਨ, ਲਾਣਾ ਮੰਜਾ ਹੋਏਗਾ, ਜਿਸ ਉੱਪਰ ਮਹਾਰਾਜ ਨੂੰ ਉਹਨੇ ਬੈਠਣ ਲਈ ਆਖਿਆ, ਸਤਿਗੁਰੂ ਜੀ ਜੀ ਆਇਆਂ ਨੂੰ। ਉਹ ਸਿੱਕੇ ਘੜੇ ਦੇ ਵਿੱਚੋਂ ਸਾਰਾ ਟੱਬਰ ਪਾਣੀ ਪੀਂਦਾ ਹੈ, ਜਿਹੜਾ ਸਾਰਾ ਦਿਨ ਵਰਤਿਆ ਜਾਣਾ ਹੈ। ਉਸੇ ਘੜੇ ਦੇ ਵਿੱਚੋਂ ਗੁਰੂ ਨਾਨਕ ਮਹਾਰਾਜ ਨੂੰ ਪਾਣੀ ਦਾ ਇੱਕ ਪਿਆਲਾ ਹਾਜ਼ਰ ਕੀਤਾ ਤੇ ਸਤਿਗੁਰਾਂ ਨੇ ਛਕ ਲਿਆ। ਮੈਂ ਕਈ ਵਾਰ ਸੋਚਦਾ, ਸਾਡਾ ਗੁਰੂ ਏਡਾ ਕੁ ਨੇਕ ਦਿਲ ਹੈ ਤੇ ਸਾਡੇ ਸਿੱਖਾਂ ਦੇ ਨਖਰੇ ਤਾਂ ਅੱਜ ਝੱਲੇ ਹੀ ਨਹੀਂ ਜਾਂਦੇ, ਲੋੜ ਤੋਂ ਵੱਧ ਨੇ। ਮਰਿਆਦਾ ਦੇ ਨਾਮ ਤੇ ਅਸੀਂ ਇਨਸਾਨੀਅਤ ਹੀ ਛੱਡ ਦਿੱਤੀ ਹੈ। ਕਿਸੇ ਦੇ ਹੱਥੋਂ ਪ੍ਰਸ਼ਾਦ ਲੈਣਾ ਵੀ ਸਾਨੂੰ ਪ੍ਰਵਾਨ ਨਹੀਂ, ਕਿਸੇ ਦੇ ਨਾਲ ਬਹਿਣਾ ਵੀ ਸਾਨੂੰ ਪ੍ਰਵਾਨ ਨਹੀਂ, ਕਿਸੇ ਨਾਲ ਬੋਲਣਾ ਸਾਨੂੰ ਪ੍ਰਵਾਨ ਨਹੀਂ। ਹੁਣ ਤੇ ਸਿੱਖ ਫਤਿਹ ਵੀ ਉਹਨੂੰ ਬੁਲਾਉਂਦਾ ਵੀ ਮੇਰੀ ਜਥੇਬੰਦੀ ਸੰਪਰਦਾ ਦਾ ਹੈ ਤੇ ਤਾਂ ਫਤਿਹ ਬੁਲਾਉਣੀ ਹੈ, ਦੂਜੇ ਨੂੰ ਨਹੀਂ। ਬੰਦੇ ਨੂੰ ਬੰਦਾ ਸਮਝਣ ਦੀ ਭਾਵਨਾ ਹੀ ਨਹੀਂ ਅੰਦਰ ਰਹਿ ਗਈ। ਗੌਰ ਕਰਨਾ, ਗੁਰੂ ਮਹਾਰਾਜ ਗਏ ਨੇ ਭਾਈ ਲਾਲੋ ਦੇ ਘਰ। ਜੋ ਕੋਧਰੇ ਦਾ ਇੱਕ ਪ੍ਰਸ਼ਾਦਾ ਇਤਿਹਾਸ ਵਿੱਚ ਲਿਖਿਆ ਵੀ ਸੁੱਕਾ ਕੋਧਰੇ ਦਾ ਇੱਕ ਪ੍ਰਸ਼ਾਦਾ ਉਹਨੂੰ ਭੇਟ ਕੀਤਾ। ਮਹਾਰਾਜ ਨੇ ਅੱਧਾ ਆਪ ਛਕ ਲਿਆ, ਅੱਧਾ ਭਾਈ ਮਰਦਾਨਾ ਜੀ ਨੂੰ ਦੇ ਦਿੱਤਾ। ਹੁਣ ਤੁਸੀਂ ਦੱਸੋ, ਜਿਹੜੀ ਸੋਚ ਦਾ ਭਾਰ ਅੱਜ ਆਪਾਂ ਚੁੱਕੀ ਬੈਠੇ ਆਂ ਵੀ ਸੁੱਚੀ ਹੋਵੇ ਜੀ ਚੀਜ਼, ਕਿੱਥੇ ਹੈ ਸੁੱਚੀ। ਅੱਜ ਸਾਨੂੰ ਸਭ ਸਹੂਲਤ ਆ ਗਈ ਹੈ ਨਾ ਥੋੜੀ ਜਿਹੀ, ਸਭ ਚੀਜ਼ਾਂ ਸਾਨੂੰ ਝੂਠੀਆਂ ਲੱਗਣ ਲੱਗ ਪਈਆਂ ਨੇ। ਮਤ ਭ੍ਰਿਸ਼ਟ ਹੋਈ ਪਈ ਹੈ ਸਾਡੀ। ਸੋਚ ਝੂਠ ਦੇ ਚੱਕਰਾਂ ਦੇ ਵਿੱਚ ਅਸੀਂ ਇਨਸਾਨ ਦੀ ਵੁਕਤ ਹੀ ਖਤਮ ਕਰ ਦਿੱਤੀ ਹੈ। ਇਹ ਧਰਮ ਨਹੀਂ ਸੀ ਗੁਰੂ ਨਾਨਕ ਮਹਾਰਾਜ ਦਾ ਜਿਹੜਾ ਅਸੀਂ ਬਣਾ ਧਰਿਆ। ਜਿਹੜੇ ਸਵਾਲਾਂ ਜਵਾਬਾਂ ਚੁਲਝ ਗਏ ਆ ਨਾ, ਇਹ ਰਾਹ ਹੀ ਨਹੀਂ ਸੀ ਗੁਰੂ ਨਾਨਕ ਮਹਾਰਾਜ ਦਾ। ਜਿਹੋ ਜਿਹੇ ਬਰਤਨ ਹੋਣਗੇ ਕਿਰਤੀ ਔਰ ਗਰੀਬ ਆਦਮੀ ਦੇ ਘਰ, ਜਿਹੋ ਜਿਹਾ ਘਰ ਦਾ ਮਾਹੌਲ ਹੋਏਗਾ, ਜੋ ਰੁੱਖਾ ਮੇਸਾ ਹੋਏਗਾ, ਲਿਆ ਕੇ ਹਾਜ਼ਰ ਕੀਤਾ, ਹਜ਼ੂਰ ਨੇ ਛਕ ਲਿਆ। ਮੈਨੂੰ ਇੱਕ ਸੱਜਣ ਦੱਸਦੇ ਸਨ, ਕਹਿੰਦੇ ਵੀ ਅਸੀਂ ਮਸਾਂ ਹੀ ਇਸ ਚੀਜ਼ ਤੋਂ ਖਹਿੜਾ ਛੁਡਾਇਆ। ਕਹਿੰਦੇ ਵੀ ਸਾਡੇ ਘਰ ਇੱਕ ਮਹਾਂਪੁਰਖ ਆਉਂਦੇ ਸਨ। ਖੈਰ, ਮੈਂ ਉਹਨੂੰ ਸੱਜਣ ਨੂੰ ਕਿਹਾ, ਮੈਂ ਕਿਹਾ ਤੂੰ ਤੇ ਮਹਾਂਪੁਰਖ ਕਹਿ ਦਿੱਤਾ, ਤੇਰੀ ਗੱਲ ਸੁਣ ਕੇ ਤਾਂ ਮੇਰਾ ਜੀ ਨਹੀਂ ਕਰਦਾ ਵੀ ਮੈਂ ਇਹ ਸ਼ਬਦ ਆਖਾਂ ਉਹਨੂੰ। ਕਹਿੰਦਾ ਵੀ ਜਦੋਂ ਆਏ ਤੇ ਉਹਨਾਂ ਨੇ ਸਾਡੇ ਘਰ ਦੇ ਅੰਦਰ ਜਿਤਨੀਆਂ ਵੀ ਔਰਤਾਂ ਰਸੋਈ ਵਿੱਚ ਕੰਮ ਕਰਦੀਆਂ ਸਨ, ਉਹਨਾਂ ਨੂੰ ਸਾਰਿਆਂ ਨੂੰ ਆਖਿਆ ਜੀ ਤੁਸੀਂ ਇਹ ਜਗ੍ਹਾ ਖਾਲੀ ਕਰ ਦਿਓ, ਜਿੰਨੇ ਦਿਨ ਮਹਾਂਪੁਰਖ ਰਹਿਣਗੇ ਉਹਨਾਂ ਦਾ ਭੋਜਨ ਅਸੀਂ ਤਿਆਰ ਕਰਾਂਗੇ। ਕਹਿਣ ਲੱਗੇ ਵੀ ਅਸੀਂ ਬਥੇਰਾ ਬੇਨਤੀ ਕੀਤੀ ਵੀ ਤੁਸੀਂ ਸਾਡੇ ਮਹਿਮਾਨ ਹੋ,
ਪ੍ਰਾਹੁਣਿਆਂ ਦੇ ਰੂਪ ਵਿੱਚ ਆਏ ਹੋ, ਅਸੀਂ ਤੁਹਾਡੀ ਸੇਵਾ ਕਰਾਂਗੇ, ਤੁਹਾਨੂੰ ਆਪੇ ਹੀ ਬਣਾ ਕੇ ਛਕਾਵਾਂਗੇ, ਸਾਰੀ ਸੰਗਤ ਛਕਦੀ ਹੈ, ਤੁਹਾਨੂੰ ਵੀ ਮਿਲੇ। ਕਹਿਣ ਲੱਗੇ ਨਹੀਂ, ਤੁਹਾਡੇ ਕੋਲੋਂ ਸੋਚ ਨਹੀਂ ਰੱਖੀ ਜਾਣੀ, ਪਵਿੱਤਰਤਾ ਨਹੀਂ ਰੱਖੀ ਜਾਣੀ। ਉਹ ਪਵਿੱਤਰਤਾ ਅਸੀਂ ਹੀ ਰੱਖ ਸਕਦੇ ਹਾਂ, ਮਰਿਆਦਾ ਦਾ ਸਾਨੂੰ ਪਤਾ ਹੈ, ਅਸੀਂ ਆਪੇ ਹੀ ਬਣਾਵਾਂਗੇ, ਆਪੇ ਹੀ ਛਕਾਵਾਂਗੇ। ਹੁਣ ਤੁਸੀਂ ਦੱਸੋ, ਖਿਮਾ ਕਰਨਾ ਕਿ ਬਾਕੀ ਸਾਰਾ ਟੱਬਰ ਗੰਦ ਖਾਂਦਾ ਹੈ ਵੀ ਉਹ ਉਹਨਾਂ ਨੂੰ ਨਹੀਂ ਲੰਘਦਾ? ਸਿੱਧੇ ਜੇ ਸ਼ਬਦ ਮੈਂ ਵਰਤ ਰਿਹਾ, ਇਹਦਾ ਮਤਲਬ ਬਾਕੀ ਸਾਰਾ ਟੱਬਰ ਅਪਵਿੱਤਰ ਹੈ, ਉਹਨਾਂ ਨੂੰ ਕੋਈ ਅਕਲ ਹੀ ਨਹੀਂ। ਉਹਨਾਂ ਨੂੰ ਕੱਲਿਆਂ ਨੂੰ ਅਕਲ ਹੈ। ਜਿਹੜੇ ਹੱਡ ਭੰਨ ਕੇ ਦਿਨ ਰਾਤ ਮਿਹਨਤ ਦੀ ਕਮਾਈ ਦੇ ਨਾਲ ਉਸ ਰਸੋਈ 'ਚ ਰਸਦ ਲਿਆਂਦੀ ਗਈ ਏ, ਤੇ ਘਰ ਵਾਲੇ ਜਿਸ ਢੰਗ ਨਾਲ ਬਣਾਉਂਦੇ ਨੇ ਉਹਨਾਂ ਤੇ ਸ਼ੱਕ ਹੈ। ਉਹਨਾਂ ਤੇ ਸ਼ੱਕ ਹੈ ਵੀ ਇਹਨਾਂ ਕੋਲੋਂ ਤਾਂ ਕੋਈ ਮਰਿਆਦਾ ਨਹੀਂ ਰੱਖੀ ਜਾਣੀ। ਪਰ ਬਾਬਾ ਜੀ ਵਿਰਕਤ ਨੇ, ਇਸ ਕਰਕੇ ਉਹਨਾਂ ਦੇ ਚੇਲੇ ਹੀ ਬਣਾਉਣਗੇ, ਉਹੋ ਹੀ ਛਕਾਇਆ ਜਾਏਗਾ, ਕਿਉਂਕਿ ਉਹਨਾਂ ਨੂੰ ਮਰਿਆਦਾ ਦਾ ਪਤਾ ਹੈ। ਵੇਲੜ ਨੂੰ ਮਰਿਆਦਾ ਦਾ ਪਤਾ ਹੈ, ਗ੍ਰਸਤੀ ਨੂੰ ਮਰਿਆਦਾ ਦਾ ਕੋਈ ਪਤਾ ਨਹੀਂ। ਗੱਲ ਤੇ ਉਹੀ ਜੋਗੀਆਂ ਵਾਲੀ ਹੋ ਗਈ ਨਾ। ਕੀ ਇਹ ਧਰਮ ਹੈ ਗੁਰੂ ਨਾਨਕ ਮਹਾਰਾਜ ਦਾ? ਕੀ ਇਹ ਧਰਮ ਸਭਨਾਂ ਦੀ ਰਿਸਪੈਕਟ ਤੇ ਸਤਿਕਾਰ ਕਰਦਾ ਹੈ? ਇਹ ਮਰਿਆਦਾ ਜਿਹੜੀ ਇਹ ਮਨੁੱਖ ਦਾ ਕੋਈ ਸਤਿਕਾਰ ਕਾਇਮ ਰੱਖਦੀ ਹੈ ਕਿ ਨਹੀਂ ਰੱਖਦੀ? ਤਾਂ ਧਿਆਨ ਰੱਖਣਾ ਇਸ ਗੱਲ ਦਾ। ਉਹ ਮਰਿਆਦਾ, ਉਹ ਧਰਮ ਨਹੀਂ ਹੋ ਸਕਦਾ ਜਿਹੜਾ ਇਨਸਾਨ ਨੂੰ ਇਨਸਾਨ ਨਾਲ ਨਫ਼ਰਤ ਕਰਨੀ ਸਿਖਾ ਦੇਵੇ, ਜਿਹੜਾ ਊਚ ਨੀਚ ਦੀ ਭੇਦ ਭਾਵ ਦੀ ਭਾਵਨਾ ਮਨੁੱਖ ਦੇ ਮਨ ਅੰਦਰ, ਦਿਲ ਅੰਦਰ ਜਗਾ ਦੇਵੇ। ਸਤਿਗੁਰੂ ਮਹਾਰਾਜ ਰਹਿਮਤ ਕਰਨ, ਸਾਡੀ ਥੋੜੀ ਜਿਹੀ ਜੇ ਮਤ ਅਸੀਂ ਗੁਰੂ ਦੇ ਸ਼ਬਦ ਵਾਲੇ ਪਾਸੇ ਲਿਆਈਏ, ਬੜੇ ਰਾਜ਼ ਖੁੱਲ ਜਾਣਗੇ। ਔਰ ਤੁਸੀਂ ਵੇਖੋਗੇ ਕਿਵੇਂ ਸਿੱਖੀ ਜਿਹੜੀ ਏ ਉਹ ਚਾਤਰ ਲੋਕਾਂ ਨੇ ਆਪਣੀ ਗੁਲਾਮ ਬਣਾ ਰੱਖੀ ਏ, ਔਰ ਕਿਸ ਢੰਗ ਦੇ ਨਾਲ ਉਹਨਾਂ ਨੇ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਦੀ ਵਿਚਾਰਧਾਰਾ ਨੂੰ ਖੂੰਜੇ ਲਾ ਕੇ ਆਪਣੀਆਂ ਦੁਕਾਨਦਾਰੀਆਂ ਚਲਾਈਆਂ। ਜਿਹੜੀਆਂ ਜੋਗੀ ਚਲਾਉਂਦੇ ਸਨ, ਜਿਹੜੇ ਉਦਾਸੀ ਤੇ ਸੰਨਿਆਸੀ ਸਾਧੂ ਚਲਾਉਂਦੇ ਸਨ, ਅੱਜ ਉਹ ਸਿੱਖੀ ਦੇ ਨਾਂ ਤੇ ਹੀ ਚੱਲ ਰਹੀਆਂ ਨੇ। ਹੁਣ ਕਿਸੇ ਉਦਾਸੀ ਸੰਨਿਆਸੀ ਨੂੰ ਸਮਝਾਉਣ ਦੀ ਲੋੜ ਨਹੀਂ, ਜੋਗੀ ਨੂੰ ਸਮਝਾਉਣ ਦੀ ਲੋੜ ਨਹੀਂ, ਹੁਣ ਤੇ ਸਭ ਤੋਂ ਵੱਧ ਸਿੱਖ ਨੂੰ ਸਮਝਾਉਣ ਦੀ ਲੋੜ ਹੈ। ਕਿਉਂਕਿ ਅੱਜ ਉਹ ਸਾਰੀਆਂ ਥਿਊਰੀਆਂ ਸਿੱਖੀ ਤੇ ਲਾਗੂ ਕੀਤੀਆਂ ਜਾਂਦੀਆਂ ਨੇ। ਗੁਰੂ ਮਹਾਰਾਜ ਬਖਸ਼ਿਸ਼ ਕਰਦਿਆਂ ਇੱਕ ਆਖਦੇ ਨੇ, ਜਿਨ੍ਹਾਂ ਨੂੰ ਗੁਰੂ ਨੇ ਕਿਰਪਾ ਕਰਕੇ ਸ਼ਬਦ ਨਾਲ ਸਵਾਰ ਦਿੱਤਾ, ਸਾਚ ਪਿਆਰੀ, ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਨੂੰ ਜਿੰਦ ਜੀਵ ਇਸਤਰੀ ਪਿਆਰੀ ਚੰਗੀ ਲੱਗਣ ਲੱਗ ਪਈ। ਉਹ ਪ੍ਰਵਾਨ ਹੈ ਰੱਬ ਦੀ ਨਜ਼ਰ ਵਿੱਚ, ਜਿਨ੍ਹਾਂ ਸ਼ਬਦ ਨਾਲ ਆਪਣੇ ਜੀਵਨ ਨੂੰ ਉੱਚਿਆਂ ਕਰ ਲਿਆ, ਸਵਾਰ ਲਿਆ। ਮੈਂ ਬੇਨਤੀ ਕਰ ਰਿਹਾ ਸਾਂ, ਕੀ ਗੁਣ ਨਜ਼ਰ ਆਇਆ ਗੁਰੂ ਨਾਨਕ ਮਹਾਰਾਜ ਨੂੰ ਭਾਈ ਲਾਲੋ ਦੇ ਵਿੱਚ? ਇੱਕੋ ਹੀ, ਉਹ ਆਪਣੀ ਕਿਰਤ ਕਰਦਾ ਹੈ, ਭਾਵੇਂ ਰੁੱਖਾ ਖਾਵੇ ਪਰ ਉਹ ਸੰਤੁਸ਼ਟ ਹੈ। ਭਾਗੋ ਬਹੁਤ ਕੀਮਤੀ ਪਕਵਾਨ ਖਾਂਦਾ ਹੈ ਪਰ ਦੁਖੀ ਬੜਾ ਹੈ, ਪਰੇਸ਼ਾਨ ਬੜਾ ਹੈ। ਉਹਦੇ ਮਨ ਅੰਦਰ ਫਿਰ ਵੀ ਹਲਚਲ ਬਣੀ ਰਹਿੰਦੀ ਹੈ। ਲਾਲੋ ਖੁਸ਼ ਹੈ, ਆਨੰਦ ਵਿੱਚ ਹੈ, ਜ਼ਿੰਦਗੀ ਦਾ ਰਸ ਲੈ ਰਿਹਾ। ਭਾਗੋ ਦੇ ਕੋਲ ਕੱਖ ਵੀ ਨਹੀਂ। ਦਰਅਸਲ ਸਭ ਤੋਂ ਵੱਧ ਗਰੀਬ ਬੰਦਾ ਹੀ ਉਹ ਹੁੰਦਾ ਹੈ ਜਿਹਦੇ ਕੋਲ ਜ਼ਿੰਦਗੀ ਦਾ ਕੋਈ ਸਵਾਦ ਹੀ ਨਾ ਹੋਵੇ। ਸਭ ਤੋਂ ਕੰਗਾਲ ਬੰਦਾ ਉਹ ਹੈ ਸੰਸਾਰ ਦਾ। ਸੰਸਾਰ ਦੀ ਦ੍ਰਿਸ਼ਟੀ ਨਾਲ ਅਸੀਂ, ਨਜ਼ਰੀਏ ਦੇ ਨਾਲ ਅਸੀਂ ਦੌਲਤ ਪਦਾਰਥ ਨਾਲ ਅਮੀਰੀ ਤੇ ਗਰੀਬੀ ਨੂੰ ਤੋਲਦੇ ਹਾਂ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਖਦੇ ਨੇ, ਜਿਨ ਕੈ ਪੱਲੇ ਧਨ ਵਸੈ ਤਿਨ ਕਾ ਨਾਉ ਫਕੀਰ, ਜਿਨ ਕੈ ਹਿਰਦੈ ਤੂੰ ਵਸੈ ਤੇ ਨਰ ਗੁਣੀ ਗਹੀਰ। ਜਿਸਨੂੰ ਬਖਸ਼ੇ ਸਿਫਤ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ। ਉਹਨਾਂ ਕੋਲ ਜੀਵਨ ਦੀ ਅਮੀਰੀ ਹੈ। ਇਸ ਕਰਕੇ ਦਾਤਾਰ ਜੀ ਬਖਸ਼ਿਸ਼ ਕਰਦਿਆਂ ਆਖਦੇ ਨੇ, ਸਾਈ ਸੁਹਾਗਣ ਠਾਕੁਰ ਧਾਰੀ। ਉਹ ਜੀਵ ਇਸਤਰੀ ਸੁਹਾਗਣ ਭਾਵ ਮਾਲਕ ਰੱਬ ਵਾਲੇ ਹਨ। ਉਹ ਜੀਵ ਜਿਨ੍ਹਾਂ ਨੂੰ ਠਾਕੁਰ ਅਕਾਲ ਪੁਰਖ ਵਾਹਿਗੁਰੂ ਨੇ ਆਪ ਕਿਰਪਾ ਕਰਕੇ ਆਪਣੇ ਗੁਣਾਂ ਦੀ ਦਾਤ ਬਖਸ਼ੀਏ। 30 ਨੰਬਰ ਬੰਦ ਵਿੱਚ ਆਖਦੇ ਨੇ, ਡੋਲਤ ਡੋਲਤ ਭਟਕਦਿਆਂ ਭਟਕਦਿਆਂ ਹੇ ਸਖੀ ਹੇ ਭਾਈ ਫਾਟੇ ਚੀਰ ਸ਼ਿੰਗਾਰ। ਚੀਰ ਦਾ ਅਰਥ ਹੁੰਦਾ ਹੈ ਸੋਹਣੇ ਕੱਪੜੇ, ਸ਼ਿੰਗਾਰ ਦਾ ਅਰਥ ਹੁੰਦਾ ਹੈ ਗਹਿਣਾ ਗੱਟਾ ਸ਼ਿੰਗਾਰ ਕੀਤਾ ਹੋਇਆ, ਮੇਕਅਪ ਕੀਤਾ ਹੋਇਆ। ਧਰਮ ਦੀ ਦੁਨੀਆ ਦਾ ਸ਼ਿੰਗਾਰ ਤੂੰ ਕੀਤਾ ਹੈ, ਧਰਮ ਦਾ ਪਹਿਰਾਵਾ ਪਾਇਆ ਹੈ ਤੇ ਧਰਮ ਦੇ ਕੰਮ ਕੀਤੇ ਨੇ, ਧਰਮ ਦੇ ਨਾਮ ਉੱਤੇ ਕੰਮ ਕੀਤੇ ਨੇ। ਇਹ ਸਾਰੇ ਰਸਮੋ ਰਿਵਾਜ ਤੂੰ ਧਰਮ ਦੇ ਨਿਭਾਏ ਵੀ, ਧਰਮ ਦਾ ਪਹਿਰਾਵਾ ਵੀ ਪਾਇਆ, ਧਾਰਮਿਕ ਕੰਮਾਂ 'ਚ ਹਿੱਸਾ ਵੀ ਭਰਪੂਰ ਲਿਆ। ਪਰ ਗੁਰੂ ਮਹਾਰਾਜ ਕਹਿੰਦੇ, ਤੇਰਾ ਇਹ ਸ਼ਿੰਗਾਰ, ਤੇਰਾ ਇਹ ਵੇਸ, ਧਾਰਮਿਕ ਹੋਣ ਦਾ ਵਿਖਾਵਾ ਜਿਹੜਾ ਹੈ, ਇਹ ਤਾਂ ਸਭ ਲੀਰਾ ਹੋ ਗਿਆ ਉਸ ਵੇਲੇ। ਇਹਦਾ ਤਾਂ ਕੋਈ ਫਾਇਦਾ ਹੀ ਨਾ ਨਿਕਲਿਆ ਜੇ ਤੇਰੇ ਅੰਦਰ ਦੀ ਭਟਕਣਾ ਨਾ ਮੁੱਕੀ। ਜੇ ਤੂੰ ਸਥਿਰ ਨਹੀਂ ਹੋਇਆ ਤੇ ਫਾਇਦਾ ਕੀ ਨਿਕਲਿਆ?
लख श्रृंगार बनाया कारज नाही केत, किसे काम नहीं आया। महाराज आखदे ने डाहपण तन सुख नहीं, जिन्हां दे अंदर तृष्णा दी अग बल रही है, अंदरों सड़ रहे ने जेड़े ईर्खा दी अग विच, नफरत दी अग दे विच, तृष्णा दी अग दे विच, उन्हां दे जीवन नूं कदे सुख प्राप्त नहीं हो सकदा। बिन डर, बिनठी डर, रब दा अदब जिन्हां दे अंदर नहीं, वो गुनाह करदे ने। ते इस हिसाब नाल गुरु नानक महाराज कहंदे ने, मैं पूरां दे पूर जीवां दे तबाह हुंदे वेख रिहा, घरां दे घर बर्बाद हुंदे वेख रिहा, जिथे रब दा अदब कोई नहीं, मन मर्जियां ने, गुनाह ते पाप ने, साजिशां ने और मंदा विहार है। किवें लोक आत्मक मानसिक तौर ते तबाह ने, ऐसे पूरां दे पूर वेखे जा सकदे ने। हजूर आखदे डरप मुई घर अपने, डीठी कंत सुजान। जेड़े जीव वाहिगुरु अकाल पुरख दे अदब विच दुनिया दे मोह विकार गुनाहां वल्लों मर जांदे ने, भाव इन्हां वल्लों उपर उठ खलोंदे ने, इन्हां दा खैड़ा छड़ दिंदे ने, अपने निज घर च टिकदे ने। डीठी कंत सुजान, ऐसी जीव इस्त्री अकाल पुरख वाहिगुरु दी नजर विच कबूल है। भाव ऐसी जिंद, ऐसी जिंदगी रब वाली है ते अकाल पुरख दे दर दे उत्ते कबूल है, प्रवान है। उहनूं दुनिया दे किसी बंदे कोलों धर्मी होण दा सर्टिफिकेट लैण दी फिर लोड़ नहीं। उहदे जीवन दा विहार ही सही मायनिਆਂ दे विच उहदी गवाही देण वाला है। डर राखिया गुर अपने, जिसने अपने मन अंदर गुरु दा भय रखिया, अदब रखिया, सत्कार रखिया। निरभਉ नाम वखाण ते निरभयता पैदा करने वाला अकाल पुरख वाहिगुरु दा गुण उन्हें अपने जीवन विच वखाण विचारिया ते टिकाया। उहदे मन अंदर दे सारे सहम डर खत्म हो गए। सतगुरु आखदे ने डूंगर वास, डूंगर दा अर्थ हुंदा पहाड़ी रस्ता, बहुत उच्ची चोटी उत्ते रहना ते राह बड़ा बिखड़ा होना। कहंदे ने टिकाणा बड़ा औखी थां ते है, भाव बंदा हंकार दी चोटी ते बैठा है, रस्ता बड़ा औखा है, तिखा घनी प्यास बड़ी है मन अंदर। सतगुरु आखदे ने जब देखा नहीं दूर, बड़ा उच्ची जगह ते बंदा रह रहा है, मान लो उथे पानी नहीं, ते जिथे पानी है उथे रस्ता बड़ा बिखड़ा है, ते प्यासा आदमी अपनी सारी एनर्जी तुरन ते ला दिंदा है, औखा रस्ता तय करन ते किन्नी तकलीफ है। गुरु नानक महाराज आखदे ने जदों देखिया अपने अंदर तां रब ते दूर ही नहीं सी, वो तां बड़ा नेड़े सी, पर मेरी हौमै ने मैनू उथों तक पहुंचना औखा कीता होए। मेरे हंकार ने रब दी गल सुननी मेरे लिए कठिन कर दिती है। मेरी हौमै ने मैनू धर्मी बनने वाले पासे नहीं, धर्मी साबित करने वाले पासे तोर दिता है। फर्क है ना, धर्मी बनन दी यतन दे विच लगना ते धर्मी साबित करन दे यतन विच लगना, दोवां च फर्क है। धर्मी बनेगा वो जिहड़ा हौमै तो मुक्त है, ते धर्मी साबित करन दी अपने आप नूं कोशिश सब तो वधेरे वो करेगा जिन्हों पता कख नहीं, कमाई कख नहीं, बस साबित कर देना चार लोगों च भी आपां ते धर्मी हुंदे आ। और हर बंदा ऐसे ही सर्टिफिकेट लैके खुश हुंदा है। बड़ी सेवा करने वाला बंदा, पाठ करने वाला बंदा वेख्या गया सरोपा ना मिले तो गुस्से हो जाते हैं, ना लो तो नाराज हो जाते, कहते ये गुरुद्वारा छड्ड ही देना, होर चले जावांगे। क्यों? क्योंकि हौमै नूं पट्ठे नहीं पए, हौमै हंकार नूं खुराक नहीं मिली। ते जाना तो उत्थे है जिथे हौमै नूं खुराक मिले, नहीं तो जाना ही की लैना है, जरूरत ही की है, हौमै वास्ते ही तो आए सां। ओहो ही घाटा पूरा नहीं होया, चलो होर जगह सही उत्थे जाने आ जिथे साडे हंकार नूं कोई वडियावे, ताकि अंदर दा राक्षस जिउंदा रहे। सतगुरु महाराज बाणी दे विच आखदे ने जब देखा नहीं दूर, जदों अपने अंदर झात मारी तां प्रतीत होया भी उत्ते दूर ही नहीं सी, पर हौमे दे औखी चढ़ाई दे उत्ते बैठा होया सा, इस करके पछाण ना आ सकी। हजूर कहंदे तिखा निवारी शब्द मन, जिन्हां ने गुरु दे शब्द नूं मन के एक्सेप्ट करके कबूल करके अपने अंदर दी भूख दूर कर ली, नीयत दा खोट खत्म कर लिया, अमृत पिया भरपूर, उन्होंने गुरु दे शब्द की कमाई नाल गुणा दा अमृत प्याला पी लिया है, परिपूर्ण हो गए ने। देह दे आखै सब कोई, जै भावै तैं दे, हर कोई चाहुंदा है सुख मिले, मन नूं तसल्ली मिले, सुकून मिले, चढ़दी कला वाला जीवन होवे, मैं गुरमुख होवां, मैं नेक होवां,
ਇਹ ਹਰ ਕੋਈ ਚਾਹੁੰਦਾ ਹੈ ਜ਼ਬਾਨੋਂ, ਪਰ ਸਤਿਗੁਰੂ ਆਖਦੇ ਜੈ ਭਾਵ ਹੈ। ਜਿਹੜੇ ਆਪਣੇ ਜੀਵਨ ਨੂੰ ਸਵਾਰ ਲੈਂਦੇ ਨੇ, ਭਾ ਜਾਂਦੇ ਨੇ, ਉਹਦੀ ਨਜ਼ਰ ਵਿੱਚ ਕਬੂਲ ਪੈਂਦੇ ਨੇ, ਚੰਗੇ ਜੀਵਨ ਕਰਕੇ ਉਹਨਾਂ ਨੂੰ ਇਹ ਦਾਤ ਮਿਲਦੀ ਏ। ਮਹਾਰਾਜ ਆਖਦੇ ਨੇ ਗੁਰੂ ਦੁਆਰੇ ਦੇਵਸੀ ਤਿਖਾ ਨਿਵਾਰੈ ਸੋਏ, ਪਰ ਇਹ ਦਾਤ ਮਿਲਦੀ ਕਿੱਥੇ? ਗੁਰੂ ਦੇ ਦਰ ਤੋਂ। ਜਦੋਂ ਅਸੀਂ ਗੁਰੂ ਦੇ ਕੋਲ ਆ ਕੇ ਦਸਤਕ ਦਿੰਨੇ ਆ ਕਿ ਸੱਚੇ ਪਾਤਸ਼ਾਹ ਅਸੀਂ ਤੇਰੇ ਸ਼ਬਦ ਨਾਲ ਜੁੜ ਕੇ ਜੀਵਨ ਸਵਾਰਨਾ ਚਾਹੁੰਦੇ ਆ, ਇਹ ਭੁੱਖ ਤੇ ਤਾਂਘ ਰੱਖੀ, ਗੁਰੂ ਕੋਲ ਚੱਲ ਕੇ ਆਏ। ਮਹਾਰਾਜ ਆਖਦੇ ਨੇ ਫਿਰ ਅੰਦਰ ਦੀ ਇਹ ਤਾਂਘ ਜਿਹੜੀ ਹੈ, ਇਹ ਗੁਰੂ ਆਪਣੇ ਸ਼ਬਦ ਦੇ ਰਾਹੀਂ ਰੱਬ ਦੇ ਗੁਣਾਂ ਦੀ ਦਾਤ ਦੇ ਕੇ ਪੂਰੀ ਕਰ ਦਿੰਦਾ ਹੈ। ਸਤਿਗੁਰੂ ਮਹਾਰਾਜ ਕਿਰਪਾ ਰਹਿਮਤ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਸਤਿਗੁਰੂ ਜੀ ਬਖਸ਼ਿਸ਼ ਕਰਨ। ਸਭਨਾਂ ਦਾ ਧੰਨਵਾਦ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।